ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਮੇਂ ਜੋ ਸਾਸੰਗ ਘੜੀਆਂ ਪ੍ਰਾਪਤ ਹੋਈਆਂ ਹਨ, ਇਤਿਹਾਸ ਦੀ ਕਥਾ ਦਾ ਸਮਾਂ ਹੈ। ਅਤੀ ਸਤਿਕਾਰਯੋਗ ਮਹਾਨ ਵਿਦਵਾਨ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਦੁਆਰਾ ਰਚਿਤ ਤਵਾਰੀਖ ਗੁਰੂ ਖਾਲਸਾ ਗ੍ਰੰਥ ਦੀ ਲੜੀਵਾਰ ਕਥਾ ਤਹਿਤ ਆਪਾਂ ਤੀਜੇ ਹਿੱਸੇ ਦੀ ਕਥਾ ਰਾਜ ਖਾਲਸਾ ਦਾ ਦੂਜਾ ਭਾਗ ਫੂਲਕੀਆ ਵੰਸ਼ ਪਟਿਆਲੇ ਵਾਲਿਆਂ ਦਾ ਜੋ ਇਤਿਹਾਸ ਹੈ, ਇਹ 11ਵੀਂ ਮਿਸਲ ਦਾ ਇਤਿਹਾਸ ਕਿ ਕਿਵੇਂ ਇਹ ਫੂਲਕੀਆ ਮਿਸਲ ਨੇ ਅੱਗੇ ਰਾਜ ਭਾਗ ਕੀਤਾ, ਉਹ ਪ੍ਰਸੰਗ ਆਪਾਂ ਸਾਖੀਆਂ ਵਾਰਤਕ ਰੂਪ ਵਿੱਚ ਸਰਵਣ ਕਰ ਰਹੇ ਹਾਂ। ਕੱਲ ਕਿ ਕਿਵੇਂ ਪਟਿਆਲੇ ਦੇ ਰਾਜਿਆਂ ਕਿਤੇ ਨਾਭੇ ਦੇ ਨਾਲ ਜਾਂ ਆਪਸ ਵਿੱਚ ਅਣਬਣਾ ਹੋਣੀਆਂ, ਤਾਂ ਫਿਰ ਮਹਾਰਾਜੇ ਰਣਜੀਤ ਸਿੰਘ ਨੂੰ ਵਿੱਚ ਸੱਦਿਆ ਗਿਆ। ਉਸ ਉਪਰੰਤ ਸਾਰੀਆਂ ਸੁਲ੍ਹਾ ਹੋਈਆਂ। ਮਹਾਰਾਜਾ ਆਪਣੇ ਲਾਹੌਰ ਨੂੰ ਵਾਪਸ ਚਲਿਆ ਗਿਆ ਤੇ ਪਟਿਆਲੇ ਵਾਲਿਆਂ ਦੇ ਮਨ ਵਿੱਚ ਇਹ ਵਹਿਮ ਰਹਿੰਦਾ ਸੀ, ਜਿਵੇਂ ਬਾਕੀ ਜਗ੍ਹਾ ਮਹਾਰਾਜੇ ਰਣਜੀਤ ਸਿੰਘ ਨੇ ਅਧੀਨ ਕਰ ਲਈਆਂ, ਕਦੇ ਸਾਡੀ ਵੀ ਰਿਆਸਤ ਅਧੀਨ ਨਾ ਕਰ ਲਏ। ਪਰ ਅਸਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਿੰਨੀ ਵਾਰ ਫੂਲਕੀਆਂ ਇਹਨਾਂ ਰਿਆਸਤਾਂ ਦੇ ਵਿੱਚ ਆਇਆ ਹੈ, ਇਹਨਾਂ ਦੇ ਸੱਦੇ ਤੇ ਆਇਆ ਤੇ ਜਿਹੜਾ ਇਹ ਇਕਰਾਰ ਕਰਕੇ ਲੈ ਕੇ ਆਉਂਦੇ ਸੀ, ਇਹਨਾਂ ਇਕਰਾਰ ਦੇ ਅਨੁਸਾਰ ਜੋ ਦਿੱਤਾ ਉਹੀ ਲੈ ਕੇ ਚਲਿਆ ਜਾਂਦਾ ਰਿਹਾ। ਮਹਾਰਾਜੇ ਰਣਜੀਤ ਸਿੰਘ ਨੇ ਇਹਨਾਂ ਤੋਂ ਵੱਧ ਕੇ ਕੁਝ ਨਹੀਂ ਲਿਆ ਤੇ ਨਾ ਕੋਈ ਤਕਲੀਫ ਦਿੱਤੀ, ਸਗੋਂ ਇਲਾਕੇ ਦੇ ਕਈ ਪਿੰਡ ਫਤਿਹ ਕਰਕੇ ਨਾਭਾ ਤੇ ਜੀਂਦ ਦੇ ਇਲਾਕੇ ਵਿੱਚ ਮਿਲਾ ਦਿੰਦਾ ਰਿਹਾ। ਪਰ ਇਹ ਪਤਾ ਨਹੀਂ ਫਿਰ ਵੀ ਇਹਨਾਂ ਰਿਆਸਤਾਂ ਨਾਭਾ ਜੀਂਦ ਪਟਿਆਲਾ ਇਤਿਆਦਿਕ ਇਹਨਾਂ ਤੇ ਸ਼ੇਰੇ ਪੰਜਾਬ ਦਾ ਕਿਉਂ ਐਸਾ ਰੋਹਬ ਤੇ ਦਬਦਬਾ ਛਾ ਗਿਆ ਸੀ ਕਿ ਇਹ ਮਹਾਰਾਜੇ ਤੋਂ ਹਮੇਸ਼ਾ ਡਰਦੇ ਰਹੇ। ਇਉਂ ਵੀ ਇਹ ਮਾਲੂਮ ਹੁੰਦਾ ਹੈ ਕਿ ਉਹ ਰਈਸ ਜਿਨ੍ਹਾਂ ਦੇ ਇਲਾਕੇ ਰਾਜ ਲਾਹੌਰ ਵਿੱਚ ਮਿਲ ਗਏ ਸੀ, ਉਹਨਾਂ ਨੇ ਵੀ ਇਹਨਾਂ ਰਿਆਸਤਾਂ ਵਾਲਿਆਂ ਨੂੰ ਡਰਾ ਦਿੱਤਾ ਸੀ।
ਸੋ ਇੱਕ ਵਾਰੀ ਖਾਸ ਪਟਿਆਲੇ ਦੇ ਵਿੱਚ ਬਹੁਤ ਸਾਰੇ ਰਈਸਾਂ ਨੇ ਇਕੱਠੇ ਹੋ ਕੇ ਇਸ ਗੱਲ ਤੇ ਵਿਚਾਰ ਕੀਤੀ ਕਿ ਇੱਕ ਪਾਸੇ ਅੰਗਰੇਜ਼ਾਂ ਦੀ ਜ਼ੋਰ ਵਾਲੀ ਤਾਕਤ ਹੈ ਤੇ ਦੂਜੇ ਪਾਸੇ ਸ਼ੇਰੇ ਪੰਜਾਬ ਹੈ। ਇਹ ਵੀ ਗੱਲ ਕਹੀ, ਇੱਕ ਪਾਸੇ ਤਪਦਕ ਦਾ ਰੋਗ ਹੈ, ਇੱਕ ਪਾਸੇ ਹੈਜਾ ਹੈ। ਤੇ ਇਹਨਾਂ ਨੇ ਮਹਾਰਾਜੇ ਰਣਜੀਤ ਸਿੰਘ ਨੂੰ ਹੈਜਾ ਤੇ ਅੰਗਰੇਜ਼ਾਂ ਨੂੰ ਤਪਦਕ ਦਾ ਰੋਗ, ਇਹ ਦੋ ਰੋਗਾਂ ਚੋਂ ਆਪਾਂ ਇੱਕ ਰੋਗ ਚੁਣਨਾ ਹੈ ਤਾਂ ਕਿਉਂ ਨਾ ਤਪਦਕ ਹੀ ਚੁਣ ਲਈਏ, ਹੈਜੇ ਨਾਲ ਬਹੁਤਾ ਔਖੇ ਹੋਵਾਂਗੇ। ਭਾਵੇਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਮਨ ਵਿੱਚ ਇਹ ਨਹੀਂ ਸੀ ਕਿ ਮੈਂ ਇਹ ਰਿਆਸਤਾਂ ਆਪਣੇ ਅਧੀਨ ਕਰਾਂ, ਕਿਉਂਕਿ ਉਹਦੇ ਮਨ ਵਿੱਚ ਇੱਕ ਗੱਲ ਸਾਹਮਣੇ ਆ ਜਾਂਦੀ ਸੀ ਕਿ ਰਿਆਸਤਾਂ ਜਿਨ੍ਹਾਂ ਤੇ ਗੁਰੂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ, ਗੁਰੂਆਂ ਦੀਆਂ 6ਵੇਂ ਸਤਿਗੁਰੂ 7ਵੇਂ ਪਾਤਸ਼ਾਹ ਨੇ 10ਵੇਂ ਪਾਤਸ਼ਾਹ ਨੇ, ਤੇ ਰਿਆਸਤਾਂ ਉਹਨਾਂ ਦੀ ਅੰਸ਼ ਵੰਸ਼ ਜਿਹੜੇ ਹੈ ਉਹ ਕਰ ਰਹੇ ਨੇ। ਇਸ ਕਰਕੇ ਉਹਨੇ ਕਦੇ ਵੀ ਇਹ ਸੋਚਿਆ ਨਹੀਂ ਸੀ, ਪਰ ਫਿਰ ਵੀ ਇਹ ਡਰਦੇ ਸਨ। ਹੁਣ ਦੋ ਪਾਸੇ ਜਿਹੜੇ ਉਹ ਰਈਸ ਜਿਨ੍ਹਾਂ ਦੇ ਇਲਾਕੇ ਲਾਹੌਰ ਵਿੱਚ ਚਲੇ ਗਏ ਸੀ, ਉਹ ਫਿਰ ਜਿਹੜੇ ਰਈਸ ਸਨ ਉਹ ਪਟਿਆਲੇ, ਜੀਂਦ ਔਰ ਕੈਂਥਲ ਜਾਂ ਜਿਹੜਾ ਹੈ ਨਾਭਾ, ਇਹਨਾਂ ਰਿਆਸਤਾਂ ਦੇ ਵਿੱਚ ਆ ਗਏ ਸਨ। ਇਸ ਕਰਕੇ ਉਹ ਹਮੇਸ਼ਾ ਕੋਈ ਨਾ ਕੋਈ ਗੱਲ ਮਹਾਰਾਜੇ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ ਵਿਰੁੱਧ ਕਰਦੇ ਰਹਿੰਦੇ ਸੀ ਤੇ ਇਹਨਾਂ ਰਿਆਸਤਾਂ ਵਾਲਿਆਂ ਨੂੰ ਇਹ ਅਹਿਸਾਸ ਦਿਵਾਉਂਦੇ ਰਹਿੰਦੇ ਸਨ ਕਿ ਤੁਹਾਡੇ ਵੀ ਰਿਆਸਤਾਂ ਇੱਕ ਦਿਨ ਸ਼ੇਰੇ ਪੰਜਾਬ ਨੇ ਆਪਣੇ ਅਧੀਨ ਕਰ ਲੈਣੀਆਂ। ਹੁਣ ਇਹ ਗੱਲਾਂ ਜਦੋਂ ਇਕੱਠੇ ਹੋ ਕੇ ਇਹਨਾਂ ਨੇ ਵਿਚਾਰੀਆਂ, ਇੱਕ ਪਾਸੇ ਅੰਗਰੇਜ਼ਾਂ ਦੀ ਤਾਕਤ ਹੈ, ਦੂਜੇ ਪਾਸੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੈ, ਤੇ ਇਹਨਾਂ ਦੋਨਾਂ ਦੇ ਵਿਚਕਾਰ ਅਸੀਂ ਆ ਗਏ। ਸਾਡਾ ਬਚ ਜਾਣਾ ਔਖੀ ਗੱਲ ਹੈ, ਕਿਉਂਕਿ ਇੱਕ ਪਾਸੇ ਇੱਧਰ ਸਤਲੁਜ ਤੋਂ ਦੂਜਾ ਪਾਸਾ ਲਾਹੌਰ ਤੱਕ, ਅੰਮ੍ਰਿਤਸਰ, ਹੋਰ ਸਾਰੇ ਇਲਾਕੇ, ਮਾਝਾ, ਇਹ ਮਹਾਰਾਜਾ ਰਣਜੀਤ ਸਿੰਘ ਦਾ ਇਲਾਕਾ। ਵਿਚਾਲੇ ਆ ਗਈਆਂ ਇਹ ਪਟਿਆਲਾ, ਜੀਂਦ, ਕੈਂਥਲ, ਨਾਭਾ, ਇਹ ਰਿਆਸਤਾਂ। ਇਦੋਂ ਗਾਹਾਂ ਫਿਰ ਦਿੱਲੀ ਦਾ, ਉਹ ਅੰਗਰੇਜ਼ਾਂ ਦੇ ਅਧੀਨ ਸੀ। ਹੁਣ ਇਹਨਾਂ ਦੇ ਮਨ ਵਿੱਚ ਹੋਇਆ ਵੀ ਵਿਚਾਲੇ ਅਸੀਂ ਆ ਤੇ ਸਾਡਾ ਬਚਣਾ ਦੋਨਾਂ ਦੇ ਵਿੱਚ ਔਖੀ ਗੱਲ ਹੈ, ਇਸ ਕਰਕੇ ਸਾਨੂੰ ਦੋਹਾਂ ਦੇ ਵਿੱਚੋਂ ਇੱਕ ਸ਼ਕਤੀ ਵੱਲ ਸਾਨੂੰ ਹੋ ਜਾਣਾ ਚਾਹੀਦਾ। ਹੁਣ ਦੋਹਾਂ ਦੇ ਗੁਣ ਔਗਣਾਂ ਨੂੰ ਆਪਣੀ ਸਮਝ ਨਾਲ ਇਹਨਾਂ ਨੇ ਵਿਚਾਰ ਲਿਆ ਤੇ ਵਿਚਾਰ ਕੇ ਫੈਸਲਾ ਕਰ ਲਿਆ ਕਿ ਆਪਾਂ ਅੰਗਰੇਜ਼ਾਂ ਵੱਲ ਹੋ ਜਾਈਏ। ਇਹ ਫੈਸਲਾ ਹੋਇਆ ਤਾਂ ਭਾਈ ਭਾਗ ਸਿੰਘ, ਲਾਲ ਸਿੰਘ, ਇਹ ਆਪ ਪਟਿਆਲੇ ਵੱਲੋਂ ਸਰਦਾਰ ਚੈਨ ਸਿੰਘ ਤੇ ਨਾਭੇ ਵੱਲੋਂ ਗੁਲਾਮ ਹਸਨ ਅਹਿਲਕਾਰ ਇਕੱਠੇ ਹੋ ਕੇ ਦਿੱਲੀ ਮਿਸਟਰ ਸਟੀਨ ਸਾਹਿਬ ਰੈਜੀਡੈਂਟ ਦੇ ਕੋਲ ਚਲੇ ਗਏ, ਆਪਣੇ ਮਨੋਰਥ ਉਹਨੂੰ ਲਿਖ ਕੇ ਦੇਤੇ। ਰੈਜੀਡੈਂਟ ਨੇ ਇਹਨਾਂ ਦਾ ਸਵਾਗਤ ਬੜੇ ਆਦਰ ਭਾਅ ਨਾਲ ਕੀਤਾ, ਪਰ ਇਹ ਗੱਲ ਦੱਸ ਕੇ ਕਿ ਮੈਂ ਬਿਨਾਂ ਮਨਜ਼ੂਰੀ ਕਲਕੱਤੇ ਤੋਂ ਲਏ ਬਿਨਾਂ, ਕਿਉਂਕਿ ਅੰਗਰੇਜ਼ ਉਦੋਂ ਮੁੱਖ ਜਿਹੜਾ ਦਫ਼ਤਰ ਸੀ ਉਹ ਕਲਕੱਤੇ ਸੀ, ਉੱਥੋਂ ਸਾਰੀ ਗੱਲ ਚਲਾਉਂਦੇ ਸਨ। ਇਹ ਕਲਕੱਤਿਓਂ ਮਨਜ਼ੂਰੀ ਲਊਂ, ਉੱਥੋਂ ਲਏ ਬਿਨਾਂ ਮਨਜ਼ੂਰੀ ਮੈਂ ਕੁਝ ਕਹਿ ਨਹੀਂ ਸਕਦਾ। ਉਹ ਕਾਗਜ਼ ਕਲਕੱਤੇ ਭੇਜੇ ਤੇ ਭਰੋਸਾ ਦਵਾਇਆ ਕਿ ਤੁਹਾਡੀ ਇਹ ਦਰਖਾਸਤ ਮਨਜ਼ੂਰ ਹੋ ਜਾਊਗੀ। ਸਰਕਾਰ ਲਾਹੌਰ ਨੂੰ ਜਦੋਂ ਇਸ ਗੱਲ ਦੀ ਖਬਰ ਮਿਲੀ ਕਿ ਫੂਲਵੰਸ਼ ਦੇ ਰਾਜੇ ਅੰਗਰੇਜ਼ਾਂ ਨਾਲ ਮਿਲ ਚੱਲੇ ਐ, ਤਾਂ ਉਹਨਾਂ ਖਿਆਲ ਕੀਤਾ ਵੀ ਆਪ ਚੱਲ ਕੇ ਇਹਨਾਂ ਨਾਲ ਜ਼ਬਾਨੀ ਗੱਲਬਾਤ ਕਰਕੇ ਜਿਸ ਤਰ੍ਹਾਂ ਵੀ ਤੇ ਜਿਨ੍ਹਾਂ ਸ਼ਰਤਾਂ ਤੇ ਵੀ ਇਹ ਮੰਨ ਜਾਣ, ਆਪਣੇ ਨਾਲ ਮਿਲਾ ਕੇ ਖਾਲਸਾ ਸਲਤਨਤ ਨੂੰ ਵਿਸ਼ਾਲ ਕਰ ਲਿਆ ਜਾਵੇ। ਤਾਂ ਇਸ ਤਰ੍ਹਾਂ 1865 ਬਿਕਰਮੀ ਨੂੰ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਇਹ ਵਿਚਾਰ ਕੇ ਲਾਹੌਰ ਤੋਂ ਕੂਚ ਕੀਤਾ। ਰਾਹ ਦੀਆਂ ਛੋਟੀਆਂ-ਛੋਟੀਆਂ ਰਿਆਸਤਾਂ ਨੂੰ ਆਪਣੇ ਅਧੀਨ ਕਰਦੇ ਹੋਏ, ਜਿਨ੍ਹਾਂ ਦਾ ਖਾਸ ਜ਼ਿਕਰ ਸਾਰਾ ਮਹਾਰਾਜੇ ਰਣਜੀਤ ਸਿੰਘ ਦੇ ਹਾਲ ਵਿੱਚ ਆ ਚੁੱਕਿਆ ਹੈ, ਇਹ ਥਨੇਸਰ ਪਹੁੰਚਿਆ। ਤੇ ਇੱਥੋਂ ਚੱਲ ਕੇ ਜਦੋਂ ਸ਼ਾਹਬਾਦ ਡੇਰਾ ਕੀਤਾ, ਤਦ ਉੱਥੋਂ ਮਹਾਰਾਜਾ ਸਾਹਿਬ ਸਿੰਘ ਪਟਿਆਲੇ ਵਾਲੇ ਨੂੰ ਲਖਨੌਰ ਦੇ ਮੁਕਾਮ ਤੇ ਮਿਲਣ ਵਾਸਤੇ ਸੁਨੇਹਾ ਭੇਜਿਆ। ਰਾਜੇ ਸਾਹਿਬ ਸਿੰਘ ਦੀ ਮਨਸ਼ਾ ਜਿਹੜੀ ਉਹ ਮਿਲਣ ਦੀ ਨਹੀਂ ਸੀ, ਪਰ ਇੰਨੀ ਹਿੰਮਤ ਵੀ ਉਹਦੇ ਵਿੱਚ ਨਹੀਂ ਸੀ ਕਿ ਸ਼ੇਰੇ ਪੰਜਾਬ ਸੱਦੇ ਤੇ ਇਹ ਨਾ ਕਰ ਦੇਵੇ।
ਇਸ ਵਾਸਤੇ 24 ਮੱਘਰ ਸੰਮਤ 1865 ਵਿਕਰਮੀ ਨੂੰ ਲਖਨੌਰ ਦੇ ਮੁਕਾਮ ਤੇ ਬਾਬਾ ਸਾਹਿਬ ਸਿੰਘ ਬੇਦੀ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਤੇ ਰਾਜੇ ਸਾਹਿਬ ਸਿੰਘ ਪਟਿਆਲੇ ਵਾਲੇ ਦੇ ਵਿਚਕਾਰ ਗੱਲਬਾਤ ਹੋਈ। ਦੋਹਾਂ ਧਿਰਾਂ ਨੇ ਆਪਸ ਵਿੱਚ ਦਿਲ ਦੀ ਸਫਾਈ ਨਾਲ ਦਸਤਾਰ ਬਦਲੀ ਤੇ ਆਪੋ ਵਿੱਚ ਉਸ ਵੇਲੇ ਇੱਕ ਇਕਰਾਰਨਾਮਾ ਵੀ ਲਿਖ ਕੇ ਦਿੱਤਾ। ਹੁਣ ਆਖਣ ਨੂੰ ਤਾਂ ਦੋਹਾਂ ਧਿਰਾਂ ਦੀ ਸੁਲਾਹ ਹੋ ਗਈ ਸੀ, ਦਸਤਾਰ ਵੀ ਬਦਲੀ, ਪਰ ਸਾਹਿਬ ਸਿੰਘ ਪਟਿਆਲੇ ਵਾਲੇ ਦੇ ਦਿਲ ਵਿੱਚ ਇਹ ਗੱਲ ਸੀ ਕਿ ਕਿਸੇ ਤਰ੍ਹਾਂ ਇਸ ਵੇਰੀ ਸ਼ੇਰ ਦੇ ਪੰਜੇ ਚੋਂ ਛੁਟਕਾਰਾ ਮਿਲ ਜੇ, ਇੱਥੋਂ ਜਾਂਦਿਆਂ ਝੱਟ ਅੰਗਰੇਜ਼ਾਂ ਨੂੰ ਆਪਣੀ ਮਦਦ ਤੇ ਕਰ ਲੂੰਗਾ। ਸ਼ੇਰੇ ਪੰਜਾਬ ਦੀ ਮਨਸਾ ਇਹ ਸੀ ਕਿ ਸਤਲੁਜ ਤੋਂ ਇਸ ਪਾਰ ਦੀਆਂ ਰਿਆਸਤਾਂ ਵਿੱਚੋਂ ਵੱਡੀ ਰਿਆਸਤ ਇਹੀ ਹੈ। ਜੇ ਕਦੀ ਮਹਾਰਾਜਾ ਸਾਹਿਬ ਦੀ ਦੋਸਤੀ ਦੇ ਭਰੋਸੇ ਤੇ ਅੰਗਰੇਜ਼ਾਂ ਨਾਲ ਇਹ ਨਾ ਮਿਲੇ ਤਾਂ ਬਾਕੀ ਰਿਆਸਤਾਂ ਨੂੰ ਮਹਾਰਾਜਾ ਲਾਹੌਰ ਦਾ ਸੰਗ ਛੱਡ ਕੇ ਉਧਰ ਹੋਣ ਦਾ ਹੌਸਲਾ ਨਹੀਂ ਪੈਣਾ। ਇਸ ਵਾਸਤੇ ਉਹ ਪਟਿਆਲੇ ਦਰਬਾਰ ਦੇ ਨਾਲ ਸੁਲਹ ਰੱਖਣੀ ਚਾਹੁੰਦੇ ਸੀ। ਸੋ ਇਹਨਾਂ ਨੇ ਆਪਣੇ ਵੱਲੋਂ 5000 ਸਵਾਰ ਸਰਦਾਰ ਗੰਡਾ ਸਿੰਘ ਨੂੰ ਦੇ ਕੇ ਅੰਬਾਲੇ ਰੋਕਤਾ ਤੇ ਆਪ ਮਹਾਰਾਜਾ ਰਣਜੀਤ ਸਿੰਘ ਹਰਿਦੁਆਰ ਵੱਲੋਂ ਹੁੰਦਿਆਂ ਹੋਇਆ ਲਾਹੌਰ ਆ ਗਿਆ। ਇਧਰ ਫੂਲ ਕੇ ਰਾਜਿਆਂ ਨੇ ਸ਼ੇਰੇ ਪੰਜਾਬ ਨਾਲ ਹੋਏ ਸਾਰੇ ਇਕਰਾਰ ਮਿੱਟੀ 'ਚ ਮਿਲਾ ਦੇ। ਕੇਵਲ ਅੰਗਰੇਜ਼ੀ ਸਰਕਾਰ ਦੇ ਅਧੀਨ ਰਹਿਣ ਦਾ ਹੁਣ ਪੱਕਾ ਨਿਸ਼ਚਾ ਕਰ ਲਿਆ। ਕਰਮ ਸਿੰਘ ਸ਼ਾਹੀ ਆਬਾਦੀ ਦਿੱਲੀ ਗਿਆ ਤੇ ਉੱਥੋਂ ਅਖਤਰ ਲੋਨੀ ਇੱਕ ਅੰਗਰੇਜ਼ ਕਮਾਂਡਰ ਅਫਸਰ ਉਹਨੂੰ ਨਾਲ ਲਿਆ ਕੇ 15 ਫਰਵਰੀ 1809 ਈਸਵੀ ਨੂੰ ਲੁਧਿਆਣੇ ਦੇ ਵਿੱਚ ਛਾਉਣੀ ਪਵਾਤੀ ਤਾਂ ਇਹਨਾਂ ਨੂੰ ਚੈਨ ਆਇਆ। ਹੁਣ ਸਰਕਾਰ ਅੰਗਰੇਜ਼ੀ ਤੇ ਲਾਹੌਰ ਦਰਬਾਰ ਦੇ ਵਿੱਚ ਵੀ ਸੁਲ੍ਹਾ ਹੋ ਕੇ ਸਤਲੁਜ ਦਰਿਆ ਦੋਹਾਂ ਧਿਰਾਂ ਦੀ ਹੱਦ ਨੀਅਤ ਹੋਈ, ਪਰ ਲੁਧਿਆਣੇ ਵਿੱਚ ਅੰਗਰੇਜ਼ਾਂ ਦੀ ਛਾਉਣੀ ਪੈ ਗਈ ਤੇ ਇੱਧਰ ਫਲੌਰ ਦੇ ਵਿੱਚ ਲਾਹੌਰ ਦਰਬਾਰ ਦੀ। ਜਿਹੜੇ ਇਲਾਕੇ ਮਹਾਰਾਜਾ ਸਾਹਿਬ ਨੇ ਲਾਹੌਰ ਦੇ ਮਟਕਾਫ ਦੇ ਸਾਹਮਣੇ 1865 ਵਿਕਰਮੀ ਨੂੰ ਦਬਾ ਲਏ ਸੀ, ਉਹ ਇਸ ਇਕਰਾਰਨਾਮੇ ਦੇ ਅਨੁਸਾਰ ਅਸਲ ਮਾਲਕਾਂ ਨੂੰ ਦਿੱਤੇ ਗਏ। ਉਸ ਸਮੇਂ 3 ਮਈ 1809 ਈਸਵੀ ਨੂੰ ਅੰਗਰੇਜ਼ੀ ਰਾਜ ਵੱਲੋਂ ਇਸ਼ਤਿਹਾਰ ਨਿਕਲਿਆ, ਜਿਹਦੇ ਵਿੱਚ ਸਤਲੁਜ ਤੇ ਉਹਦੇ ਪਾਰ ਦੇ ਰਈਸਾਂ ਨੂੰ ਤਸੱਲੀ ਦਿੱਤੀ ਗਈ। ਉਹਦੀਆਂ ਸ਼ਰਤਾਂ ਇਸ ਤਰ੍ਹਾਂ ਹੈ ਕਿ ਪਹਿਲੀ ਸ਼ਰਤ, ਸਤਲੁਜ ਤੋਂ ਇਸ ਪਾਰ ਦੇ ਰਈਸ ਇਹਨਾਂ ਨੂੰ ਅੰਗਰੇਜ਼ਾਂ ਨੇ ਆਪਣੀ ਅਧੀਨਗੀ ਵਿੱਚ ਲੈ ਲਿਆ ਹੈ, ਇਸ ਕਰਕੇ ਉਹ ਹੁਣ ਲਾਹੌਰ ਦਰਬਾਰ ਤੋਂ ਬਾਹਰ ਰਹਿਣਗੇ, ਭਾਵੇਂ ਜਿਹੜੇ ਇੱਧਰ ਜੀਂਦ ਪਟਿਆਲਾ ਨਾਭਾ ਇਤਿਆਦਿ। ਦੂਜਾ ਇਹ ਕਿ ਇਹਨਾਂ ਇਲਾਕਿਆਂ ਤੋਂ ਸਰਕਾਰ ਅੰਗਰੇਜ਼ੀ ਕਦੇ ਵੀ ਕੋਈ ਖਰਾਜ ਨਹੀਂ ਮੰਗੇਗੀ। ਤੀਜੀ ਗੱਲ, ਸਾਰੇ ਰਈਸਾਂ ਨੂੰ ਆਪਣੇ ਇਲਾਕੇ ਵਿੱਚ ਉਹੀ ਹੱਕ ਤੇ ਅਖਤਿਆਰ ਪ੍ਰਾਪਤ ਰਹਿਣਗੇ ਜਿਹੜੇ ਸਰਕਾਰ ਅੰਗਰੇਜ਼ੀ ਦੇ ਆਉਣ ਤੋਂ ਪਹਿਲਾਂ ਆਪਣੇ ਇਲਾਕੇ ਵਿੱਚ ਇਹਨਾਂ ਨੂੰ ਪ੍ਰਾਪਤ ਸੀ। ਚੌਥੀ ਗੱਲ ਲਿਖੀ ਗਈ, ਜਦੋਂ ਕਦੀ ਅੰਗਰੇਜ਼ੀ ਸਿਪਾਹੀ ਕਿਸੇ ਰਈਸ ਦੇ ਇਲਾਕੇ ਵਿੱਚੋਂ ਲੰਘੇਗੀ ਤਾਂ ਉਹਨੂੰ ਰਸਦ ਦੇਣੀ ਪਊ। ਪੰਜਵਾਂ, ਜਦੋਂ ਕੋਈ ਵੈਰੀ ਇਸ ਪਾਸੇ ਆਵੇਗਾ ਤਾਂ ਸਾਰੇ ਰਈਸਾਂ ਨੂੰ ਅੰਗਰੇਜ਼ੀ ਫੌਜ ਨੂੰ ਦੀ ਮਦਦ ਕਰਨੀ ਪਊਗੀ। ਛੇਵੀਂ ਗੱਲ ਲਿਖੀ, ਜਿਹੜਾ ਸੁਦਾਗਰ ਅੰਗਰੇਜ਼ੀ ਲਸ਼ਕਰ ਵਾਲੇ ਵਲੈਤੀ ਚੀਜ਼ਾਂ ਲੈ ਕੇ ਕਿਸੇ ਰਈਸ ਦੀ ਰਿਆਸਤ ਵਿੱਚੋਂ ਲੰਘੇ, ਉਹ ਤੋਂ ਮਾਸੂਲ ਜਾਂ ਕੋਈ ਜ਼ਕਾਤ ਕੋਈ ਵੀ ਰਿਆਸਤ ਵਾਲਾ ਨਹੀਂ ਲੈ ਸਕਦਾ। ਜਿਹੜਾ ਆਦਮੀ ਰਸਾਲੇ ਵਾਸਤੇ ਘੋੜੇ ਖਰੀਦਣ ਜਾਵੇ, ਉਹਦੇ ਪਾਸ ਸਨਦ ਹੋਵੇ, ਉਹਨੂੰ ਵੀ ਮਸੂਲ ਆਦਿ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਹੋਵੇ। ਇਸ ਤਰ੍ਹਾਂ ਕਰਕੇ ਅੰਗਰੇਜ਼ਾਂ ਨੇ ਆਪਣਾ ਰਾਹ ਪੱਧਰਾ ਕੀਤਾ। ਇਉਂ ਜਦੋਂ ਅੰਗਰੇਜ਼ਾਂ ਨਾਲ ਮਿਲਾਪ ਹੋ ਗਿਆ ਤਾਂ ਬਾਹਰ ਦਾ ਖਤਰਾ ਇਹਨਾਂ ਰਿਆਸਤਾਂ ਦਾ ਮਿਟ ਗਿਆ, ਪਰ ਮਹਾਰਾਜਾ ਪਟਿਆਲਾ ਦਾ ਜਿਹੜਾ ਝਗੜਾ ਆਪਣੀ ਰਾਣੀ ਆਸ ਕੌਰ ਦੇ ਨਾਲ ਮੁੱਦਤਾਂ ਤੋਂ ਚੱਲਿਆ ਆ ਰਿਹਾ ਸੀ, ਭਾਵੇਂ ਉਹ ਕਿੰਨੀ ਵੇਰੀ ਮਿਟਿਆ, ਪਰ ਰਿਆਸਤਾਂ ਦੇ ਅਹਿਲਕਾਰ ਆਪਣੀ ਸ਼ਰਾਰਤ ਨਾਲ ਇਸ ਝਗੜੇ ਨੂੰ ਫਿਰ ਸ਼ੁਰੂ ਕਰਵਾ ਦਿੰਦੇ ਸੀ ਤੇ ਮਿਟਣ ਵਿੱਚ ਨਹੀਂ ਸੀ ਉਹਨੂੰ ਆਉਣ ਦਿੰਦੇ। ਰਿਆਸਤ ਦਾ ਅੰਦਰ ਦਾ ਪ੍ਰਬੰਧ ਬਹੁਤ ਖਰਾਬ ਹੋ ਰਿਹਾ ਸੀ, ਕਿਉਂਕਿ ਇੱਕ ਪਾਸੇ ਰਾਜਾ ਸਾਹਿਬ ਸਿੰਘ ਹੈ, ਦੂਜੇ ਪਾਸੇ ਇਹਦੀ ਰਾਣੀ ਆਸ ਕੌਰ ਹੈ, ਤੇ ਇੱਕ ਹੋਰ ਗੱਲ ਵੀ, ਇੱਕ ਪਾਸੇ ਉਹ ਹੈ ਕਿ ਅਕਾਲੀ ਫੂਲਾ ਸਿੰਘ ਉਹ ਇਸ ਮੁਲਕ ਦਾ ਦੌਰਾ ਕਰ ਰਹੇ ਸਨ, ਕਿਉਂਕਿ ਉਹਨਾਂ ਦਾ ਜਿਹੜਾ ਪਿੰਡ ਸੀ
ਲਹਿਰੇ ਗਾਗੇ ਦੇ ਕੋਲੇ ਦਹਿਲ ਕਲਾਂ ਪਿੰਡ ਤੇ ਸ਼ੀਹਾਂ ਇਤਿਆਦਿਕ ਇਹ ਪਿੰਡਾਂ ਦੇ ਵਿੱਚ ਸਨ। ਉਹ ਸਰਾਉਂ ਗੋਤ ਦੇ ਜੱਟ ਜ਼ਿਮੀਂਦਾਰ ਪਰਿਵਾਰ 'ਚ ਜੰਮੇ ਤੇ ਸਿੱਧੂ ਪਰਿਵਾਰ ਦੇ ਵਿੱਚ ਉਹਨਾਂ ਦੇ ਨਾਨਕੇ ਸਨ। ਇਹਨਾਂ ਇਲਾਕਿਆਂ ਦੇ ਵਿੱਚ ਉਹ ਵੀ ਵਿਚਰਦੇ ਸੀ ਕਿਉਂਕਿ ਉਹਨਾਂ ਦਾ ਵੀ ਇਹ ਇਲਾਕਾ ਪੈ ਜਾਂਦਾ ਸੀ। ਦੂਜੇ ਪਾਸੇ ਭੱਟੀ ਤੇ ਪਚਾਦੇ, ਇਹ ਵੀ ਯਾਦ ਰੱਖਣਾ, ਜਿਹੜੇ ਅਕਾਲੀ ਫੂਲਾ ਸਿੰਘ ਸੀ ਉਹ ਜਿੱਥੇ ਕਿ ਉਸ ਸਮੇਂ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਨਿਭਾਉਂਦੇ ਸਨ, ਉੱਥੇ ਇੱਕ ਅਕਾਲੀ ਫੌਜ ਵੀ ਸੀ ਮਹਾਰਾਜੇ ਰਣਜੀਤ ਸਿੰਘ ਦੇ ਨਾਲ, ਜਿਹਦੇ ਮੁਖੀ ਵੀ ਅਕਾਲੀ ਫੂਲਾ ਸਿੰਘ ਜੀ ਸੀ। ਹੁਣ ਇੱਕ ਪਾਸੇ ਫਿਰਦੇ ਆ, ਦੂਜੇ ਪਾਸੇ ਭੱਟੀ ਤੇ ਪਚਾਦੇ ਮੁਸਲਮਾਨ ਸਰਦਾਰ ਕੀਮਾ ਪੀਰਾ ਮੱਖਣਾ ਇਤਿਆਦਿ ਕੇ ਧਾੜ ਵੀ ਬਿਨਾਂ ਕਿਸੇ ਡਰ ਦੇ ਭੈ ਦੇ ਸੁਨਾਮ ਤੱਕ ਚੱਲੇ ਆਉਂਦੇ ਸੀ ਤੇ ਰਿਆਸਤ ਦੇ ਅਹਿਲਕਾਰਾਂ ਨੇ ਵੱਖ ਲੁੱਟ ਮਚਾਈ ਹੋਈ ਸੀ। ਹਰ ਪਾਸੇ ਤੰਗੀ ਸੀ, ਚੋਰਾਂ ਤੇ ਡਾਕੂਆਂ ਦੇ ਹੱਥੋਂ ਪਿੰਡ ਉੱਡੜ ਗਏ ਸਨ। ਕਹਿਤ ਨੇ ਹੋਰ ਵੀ ਹਾਲਤ ਤਬਾਹ ਕਰਤੀ, ਮਾਮਲਾ ਵਸੂਲ ਹੋਣਾ ਬੰਦ ਹੋ ਗਿਆ। 1867 ਵਿਕਰਮੀ ਨੂੰ ਵਾਈਟ ਸਾਹਿਬ ਸਰਹੱਦ ਉਹਦੀ ਪੈਮਾਇਸ਼ ਕਰ ਰਹੇ ਸੀ ਸਰਹੱਦ ਦੀ, ਤੇ ਇਹਨਾਂ ਦਾ ਅਕਾਲੀ ਫੂਲਾ ਸਿੰਘ ਦੇ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ ਤੇ ਵਾਈਟ ਸਾਹਿਬ ਦੇ 6 ਆਦਮੀ ਮਾਰੇ ਗਏ, 20 ਫੱਟੜ ਹੋਏ ਤੇ ਵਾਈਟ ਸਾਹਿਬ ਅੰਗਰੇਜ਼ੀ ਅਫਸਰ ਆਪਣੀ ਜਾਨ ਬਚਾ ਕੇ ਭੱਜ ਗਿਆ ਤੇ ਇਹਨਾਂ ਦਾ ਮਾਲ ਸਵਾਬ ਉਹ ਸਾਰਾ ਅਕਾਲੀ ਫੂਲਾ ਸਿੰਘ ਦੇ ਸਾਥੀਆਂ ਦੇ ਹੱਥ ਆ ਗਿਆ। ਇਹ ਖਬਰ ਸੁਣ ਕੇ ਪਟਿਆਲੇ ਤੇ ਨਾਭੇ ਵੱਲੋਂ ਫੌਜ ਆਈ, ਪਰ ਉਸ ਵੇਲੇ ਤੱਕ ਅਕਾਲੀ ਫੂਲਾ ਸਿੰਘ ਤੇ ਉਹਨਾਂ ਦੇ ਸਾਥੀ ਮੁਕਤਸਰ ਸਾਹਿਬ ਵੱਲ ਪਹੁੰਚ ਗਏ। ਉਸੇ ਹੀ ਸਾਲ ਵਲੀ ਅਹਿਦ ਕਰਮ ਸਿੰਘ ਦਾ ਵਿਆਹ, ਜਿਹੜਾ ਕਿ ਰਾਜੇ ਸਾਹਿਬ ਸਿੰਘ ਦਾ ਪੁੱਤਰ ਹੈ, ਸਰਦਾਰ ਬਹਿੰਗਾ ਸਿੰਘ ਥਾਣੇਦਾਰ ਦੀ ਲੜਕੀ ਨਾਲ ਬਹੁਤ ਧੂਮ-ਧਾਮ ਨਾਲ ਹੋਇਆ। ਰਾਜਾ ਸਾਹਿਬ ਸਿੰਘ ਖੁਸ਼ਾਮ ਦੀ ਅਹਿਲਕਾਰਾਂ ਦੇ ਹੱਥ ਐਸਾ ਚੜ੍ਹਿਆ ਕਿ ਖਜ਼ਾਨਾ ਖਾਲੀ ਹੋ ਗਿਆ। ਖਾਣ ਪੀਣ ਦਾ ਜੋ ਸਮਾਨ ਲੋੜ ਹੁੰਦਾ ਦੁਕਾਨਾਂ ਤੋਂ ਚਾਬਤ ਕਰਕੇ ਆਉਂਦਾ ਸੀ ਤੇ ਬਾਹਰੋਂ ਜੋ ਆਮਦਨ ਹੁੰਦੀ ਸਿੱਧੀ ਬਾਣੀਏ ਦੀ ਦੁਕਾਨ ਤੇ ਚਲੀ ਜਾਂਦੀ, ਜਿਵੇਂ ਅੱਜ ਕੱਲ੍ਹ ਆਪਾਂ ਕਹਿੰਦੇ ਉਧਾਰ ਸੌਦਾ ਚੱਕਿਆ। ਹੁਣ ਫੌਜ ਨੂੰ ਤਨਖਾਹ ਦੇਣ ਲੱਗਿਆਂ ਪਿੰਡਾਂ ਦੀ ਉਗਰਾਹੀ ਸੌਂਪ ਦਿੱਤੀ ਜਾਂਦੀ ਸੀ। ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ ਸੀ ਕਿ ਕੀ ਕਰਦੇ ਹੋ। ਸ਼ਰੀਫ ਆਦਮੀਆਂ ਦੀ ਕੋਈ ਸੁਣਦਾ ਨਹੀਂ ਸੀ। ਇਲਾਕੇ ਦੇ ਸਰਦਾਰਾਂ ਤੇ ਅਖਤਰ ਲੋਨੀ ਸਾਹਿਬ ਦੀ ਰਾਏ ਨਾਲ ਫਿਰ ਰਾਣੀ ਆਸ ਕੌਰ ਪਟਿਆਲੇ ਆਉਂਦੀ ਗਈ ਤੇ ਇਸ ਤਰ੍ਹਾਂ ਫਿਰ ਰਿਆਸਤ ਜਿਹੜੀ ਆ ਉਸ ਸਮੇਂ ਬਰਬਾਦ ਹੋਣੋਂ ਬਚ ਗਈ। ਰਾਣੀ ਆਸ ਕੌਰ ਨੇ ਮੁਲਕ ਦੇ ਪ੍ਰਬੰਧ ਨੂੰ ਆਪਣੇ ਹੱਥ ਵਿੱਚ ਲੈਂਦਿਆਂ ਹੀ ਸਭ ਤੋਂ ਪਹਿਲਾਂ ਉਹਨਾਂ ਜ਼ਿਮੀਂਦਾਰਾਂ ਤੇ ਇਲਾਕੇਦਾਰਾਂ ਦੀ ਸੋਧ ਕੀਤੀ ਜਿਹੜੇ ਆਕੀ ਬਣੇ ਹੋਏ ਸੀ। ਉਹਨਾਂ ਵੱਲੋਂ ਕਈ ਸਾਲਾਂ ਦਾ ਮਾਮਲਾ ਜਿਹੜਾ ਨਿਕਲਦਾ ਸੀ ਉਹ ਸਾਰਾ ਪਾਈ ਕਰਕੇ ਵਸੂਲ ਕੀਤਾ। ਫਿਰ ਰਿਆਸਤ ਦੇ ਜਿੰਨੇ ਜ਼ਾਲਮ ਸਨ, ਵੱਡੀ ਖੋਰ ਸੀ, ਹਾਕਮ ਅਹਿਲਕਾਰ, ਉਹਨਾਂ ਦੀ ਖਬਰ ਲਈ, ਉਹਨਾਂ ਤੋਂ ਜੁਰਮਾਨੇ ਹਰਜਾਨੇ ਲਏ। ਇਸ ਤਰ੍ਹਾਂ ਜਿੱਥੇ ਇੱਕ ਪਾਸੇ ਖਜ਼ਾਨਾ ਭਰ ਗਿਆ ਉੱਥੇ ਪਰਜਾ ਵੀ ਸੁੱਖ ਦੀ ਨੀਂਦ ਸੌਣ ਲੱਗੀ। ਕਿੰਤੂ ਜਿਹੜਾ ਮਹਾਰਾਜਾ ਸਾਹਿਬ ਸਿੰਘ ਆ ਉਹਦੇ ਜਿਹੜੇ ਚਲਾਕ ਸਾਥੀ ਸੀ, ਜਿਨ੍ਹਾਂ ਵਿੱਚੋਂ ਇੱਕ ਅਲਵੇਲ ਸਿੰਘ ਤੇ ਇੱਕ ਗੁੱਜਰ ਸਿੰਘ, ਉਹ ਚਾਹੁੰਦੇ ਸੀ ਜੋ ਕੁਝ ਰਿਆਸਤ ਦੀ ਆਮਦਨ ਹੈ ਉਹ ਸਾਡੇ ਹੱਥੀਂ ਖਰਚ ਹੋਣੀ ਚਾਹੀਦੀ ਹੈ। ਜਿੱਤੋਂ ਫਿਰ ਉਹਨਾਂ ਨੇ ਰਾਜੇ ਸਾਹਿਬ ਸਿੰਘ ਨੂੰ ਭੜਕਾਇਆ ਕਿ ਕਦੀ ਰਾਣੀ ਤੈਨੂੰ ਕੈਦ ਕਰ ਦੇਵੇ ਫਿਰ ਦੱਸ, ਫਿਰ ਤੂੰ ਕੁਛ ਨਹੀਂ ਕਰ ਸਕੇਗਾ, ਤਾਂ ਤੇ ਹੋਣੀ ਜੋ ਕੁਝ ਹੋ ਸਕਦਾ ਕਰ ਲੈ। ਰਾਜੇ ਸਾਹਿਬ ਸਿੰਘ ਨੇ ਝੱਟ ਉਹਨਾਂ ਦੇ ਕਹੇ ਰਾਣੀ ਆਸ ਕੌਰ, ਆਪਣੇ ਵਲੀ ਅਹਿਦਾ ਕਰਮ ਸਿੰਘ ਤੇ ਮਿਸਰ ਨੌਦਾ ਨੂੰ ਕੈਦ ਕਰਤਾ। ਇਹ ਖਬਰ ਸੁਣ ਕੇ 1812 ਈਸਵੀ ਨੂੰ ਜਿਹੜਾ ਕਰਨਲ ਅਖਤਰ ਲੋਨੀ ਹੈ ਉਹਨੂੰ ਫਿਰ ਪਟਿਆਲੇ ਆਉਣਾ ਪਿਆ। ਜਦੋਂ ਕਰਨਲ ਸਾਹਿਬ ਪਟਿਆਲੇ ਆਏ ਤਾਂ ਰਾਜਾ ਸਾਹਿਬ ਸਿੰਘ ਆਪਣੇ ਅਹਿਲਕਾਰਾਂ ਦੇ ਆਖੇ ਲੱਗ ਕੇ ਕਿਲੇ ਦੇ ਵਿੱਚ ਇਹਨੇ ਰੋਹਿਲੇ ਫੌਜ ਨੂੰ ਵਾੜ ਲਿਆ ਤੇ ਇਹਦੇ ਸਾਥੀਆਂ ਨੇ ਇਹਨੂੰ ਇਹ ਕਿਹਾ ਕਿ ਅਖਤਰ ਲੋਨੀ ਤੈਨੂੰ ਕੈਦ ਕਰਨਾ ਚਾਹੁੰਦਾ ਹੈ। ਪਰ ਫਿਰ ਕੀ ਸੀ, ਸਾਹਿਬ ਸਿੰਘ ਬਾਗੀ ਹੋ ਗਿਆ। ਇੱਕ ਆਦਮੀ ਨੇ ਅਖਤਰ ਲੋਨੀ ਸਾਹਿਬ ਦੀ ਜਾਨ ਤੇ ਵੀ ਹਮਲਾ ਕਰਤਾ ਤੇ ਜੋ ਮਹਾਰਾਜੇ ਦੀ ਕਾਰਗੁਜ਼ਾਰੀ ਸਮਝੀ ਗਈ। ਅਖਤਰ ਲੋਨੀ ਨੂੰ ਇੱਕ ਜ਼ਖਮ ਆਇਆ, ਮੁਸ਼ਕਲ ਦੇ ਨਾਲ ਕਰਨਲ ਸਾਹਿਬ ਨੇ ਉਸ ਆਦਮੀ ਕੋਲੋਂ ਜਾਨ ਬਚਾਈ। ਹੁਣ ਇਹ ਆਦਮੀ ਫੜ ਕੇ ਲੁਧਿਆਣੇ ਦੇ ਜੇਲ੍ਹ ਖਾਨੇ 'ਚ ਭੇਜ ਦਿੱਤਾ
ਤੇ ਕਰਨਲ ਅਖਤਰ ਲੋਨੀ ਨੇ ਲੁਧਿਆਣੇ ਤੋਂ ਇੱਕ ਤੋਪਖਾਨਾ ਤੇ ਫੌਜ ਮੰਗਾ ਕੇ ਰਾਜੇ ਸਾਹਿਬ ਸਿੰਘ ਦੇ ਸਾਥੀਆਂ ਨੂੰ ਚੰਗਾ ਧਮਕਾਇਆ। ਗੁਰਦਿਆਲ ਸਿੰਘ, ਗੁੱਜਰ ਸਿੰਘ, ਲਵੇਲ ਸਿੰਘ ਤੋਂ ਕਰਾਰ ਲਿਆ ਕਿ ਉਹ ਅੱਗੇ ਨੂੰ ਹਮੇਸ਼ਾ ਰਾਣੀ ਆਸ ਕੌਰ ਦਾ ਹੁਕਮ ਮੰਨਣਗੇ। ਬਾਹਰ ਜਾਂ ਛੁਪ ਕੇ ਕਦੇ ਵੀ ਮਹਾਰਾਜੇ ਸਾਹਿਬ ਸਿੰਘ ਦੀ ਮਿਜਾਜ ਨੂੰ ਖਰਾਬ ਨਹੀਂ ਕਰਨਗੇ। ਸਾਰਾ ਹਿਸਾਬ ਕਿਤਾਬ ਰਾਣੀ ਆਸ ਕੌਰ ਨੂੰ ਦਿੱਤਾ ਜਾਇਆ ਕਰੇਗਾ। ਜੇ ਕਦੀ ਕੋਈ ਗਲਤੀ ਕਰਨਗੇ ਤਾਂ ਸਖਤ ਡੰਡ ਦੇ ਭਾਗੀ ਹੋਣਗੇ। ਕਰਨਲ ਅਖਤਰ ਲੋਨੀ ਨੇ ਇੱਕ ਸਨਦ ਰਾਣੀ ਆਸ ਕੌਰ ਸਾਹਿਬ ਨੂੰ ਦੇ ਕੇ ਪਟਿਆਲੇ ਦਾ ਸਾਰਾ ਰਾਜ-ਕਾਜ ਫਿਰ ਉਹਨਾਂ ਦੇ ਸਪੁਰਦ ਕਰਤਾ ਤੇ ਹਰ ਇੱਕ ਮਹਿਕਮੇ ਦਾ ਚਾਰਜ ਰਾਣੀ ਆਸ ਕੌਰ ਨੂੰ ਉਹਨਾਂ ਦੇ ਨੌਕਰਾਂ ਨੂੰ ਦਿੱਤਾ। ਕੇਵਲ ਭਵਾਨੀਗੜ੍ਹ ਦੇ ਕਿਲ੍ਹੇਦਾਰ ਨੇ ਭੁਰਕ ਤੋਂ ਜਿੱਤ ਕੀਤੀ, ਜਿਹਨੂੰ ਅੰਗਰੇਜ਼ੀ ਫੌਜ ਨੇ ਝੱਟ ਪੱਟ ਕੇ ਸਿੱਧੇ ਰਾਹ ਤੇ ਲਿਆਂਦਾ ਔਰ ਸਾਰੇ ਜਗੀਰਦਾਰਾਂ ਨੂੰ ਹੁਕਮ ਦਿੱਤਾ ਗਿਆ। ਔਰ ਰਾਣੀ ਆਸ ਕੌਰ ਦੇ ਹੁਕਮ ਨੂੰ ਮੰਨਣ ਜੋ ਐਸਾ ਨਾ ਕਰੂਗਾ ਉਹਨੂੰ ਸਖਤ ਸਜ਼ਾ ਦਿੱਤੀ ਜਾਊ। ਇਹ ਇੰਤਜ਼ਾਮ ਹੋ ਗਿਆ। ਇਹ ਇੰਤਜ਼ਾਮ ਹੋਣ ਤੇ ਚਨਕੋਈਆ ਦੇ ਕਿਲ੍ਹੇਦਾਰ ਨੰਦ ਸਿੰਘ, ਜੋ ਕਿ ਫੂਲਾ ਸਿੰਘ ਈਲਵਾਲੀਆ ਦਾ ਲੜਕਾ ਸੀ, ਉਹਨੇ ਪਰਗਣਾ ਪਟਿਆਲੇ ਨੂੰ ਲੁੱਟਣਾ ਸ਼ੁਰੂ ਕਰਤਾ। ਜਦੋਂ ਸਮਝਾਉਣ ਤੇ ਵੀ ਬਾਜ਼ ਨਾ ਆਇਆ ਤਾਂ ਰਾਣੀ ਆਸ ਕੌਰ ਨੇ ਮਿਸਰ ਨੌਧਰਾਏ ਬ੍ਰਾਹਮਣ ਸੀ, ਉਹਨੂੰ ਫੌਜ ਦੇ ਕੇ ਭੇਜਿਆ, ਜਿਹਨੇ ਕਿਲ੍ਹਾ ਚਨਕੋਈਆ ਦੇ ਲਾਗੇ ਦੇ ਪਿੰਡ ਸੀ ਕੱਦੋਂ, ਨੰਗਲ, ਮਜਰਾ, ਮਕਸੂਦੜਾ, ਇਹ ਸਾਰੇ ਭਵਾਨੀ ਤੇ ਹਾਜੀ ਮਾਜਰਾ ਹੋਰ ਪਿੰਡਾਂ ਦੇ ਉੱਤੇ ਕਬਜ਼ਾ ਕਰ ਲਿਆ। ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਕਰਨਲ ਅਖਤਰ ਲੋਨੀ ਨੇ ਇਹ ਇਲਾਕਾ 1809 ਈਸਵੀ ਦੇ ਇਸ਼ਤਿਹਾਰ ਨੂੰ ਮੁੱਖ ਰੱਖ ਕੇ ਫਿਰ ਨੰਦ ਸਿੰਘ ਨੂੰ ਵਾਪਸ ਦਵਾਤਾ। ਪਰ ਫਿਰ ਜਦੋਂ ਨੰਦ ਸਿੰਘ ਨੇ ਅੰਗਰੇਜ਼ੀ ਸਰਕਾਰ ਦੀ ਵੀ ਡਾਕ ਲੁੱਟ ਲਈ ਤੇ ਡਾਕੇ ਮਾਰਨੇ ਸ਼ੁਰੂ ਕਰਤੇ, ਤਦ ਫਿਰ ਇਹ ਇਲਾਕਾ ਲੈ ਕੇ ਪਟਿਆਲੇ ਦਰਬਾਰ ਨੂੰ ਦੇਤਾ। ਰਾਣੀ ਆਸ ਕੌਰ ਨੇ ਜਦੋਂ ਰਿਆਸਤ ਦਾ ਪ੍ਰਬੰਧ ਆਪਣੇ ਹੱਥ 'ਚ ਲਿਆ ਤਾਂ ਇਹਦਾ ਪਤੀ ਰਾਜਾ ਸਾਹਿਬ ਸਿੰਘ, ਉਹਨੂੰ 1 ਲੱਖ ਦੀ ਜਗੀਰ ਦਿੱਤੀ ਗਈ ਵੀ ਜਿਵੇਂ ਚਾਹੇ ਤੂੰ ਖਰਚ ਕਰ ਸਕਦਾ ਹੈ। ਪਰ ਉਹਨਾਂ ਨੇ ਤੋਸ਼ੇਖਾਨੇ ਵਿੱਚੋਂ ਵੀ ਮੋਤੀ ਕੱਢ ਕੇ ਲੁਟਾਉਣੇ ਸ਼ੁਰੂ ਕਰਤੇ। ਜੋ ਕੁਝ ਇਹਨਾਂ ਦੇ ਹੱਥੋਂ ਦਾ ਲੁਟਾ ਦਿਆ ਕਰੇ। ਤੇ ਇਹਨੇ ਲੜਕਿਆਂ ਦੀ ਇੱਕ ਪਲਟਣ ਬਣਾ ਲਈ ਸੀ, ਇਹਦਾ ਨਾਮ ਬਸੇਰਾ ਪਲਟਣ ਸੀ। ਇਹਨੂੰ ਆਪੋ ਵਿੱਚ ਲੜਾਉਂਦੇ ਪੜਾਉਂਦੇ ਰਹਿੰਦੇ। ਕਈ ਵੇਰੇ ਲੜਕੇ ਫੱਟੜ ਹੁੰਦੇ, ਕਈ ਮਰ ਜਾਂਦੇ, ਜਿੱਤਣ ਵਾਲਿਆਂ ਨੂੰ ਇਨਾਮ ਮਿਲਦਾ। ਇਸੇ ਤਰ੍ਹਾਂ ਹੀ ਪਹਿਲਵਾਨਾਂ, ਸੰਢਿਆਂ ਤੇ ਮੋਢਿਆਂ ਦੇ ਭੇੜ ਜਿਹੜੇ ਆ ਉਹ ਵੇਖਦਾ ਰਹਿੰਦਾ। ਰਾਜਾ ਸਾਹਿਬ ਸਿੰਘ ਇਹੋ ਜਿਹੇ ਸੁਭਾਅ ਦਾ ਮਾਲਕ ਸੀ, ਇਹੋ ਜਿਹਾ ਸਮਾਂ ਉਹ ਬਤੀਤ ਕਰਦਾ। ਰਾਣੀ ਆਸ ਕੌਰ ਨੇ ਰਾਜੇ ਸਾਹਿਬ ਸਿੰਘ ਦੀ ਇਹ ਦਸ਼ਾ ਕਰਨਲ ਅਖਤਰ ਲੋਨੀ ਨੂੰ ਦੱਸੀ, ਜੀ ਤੋਂ ਤੋਸ਼ਾਖਾਨਾ ਵੀ ਫਿਰ ਰਾਣੀ ਦੇ ਸਪੁਰਦ ਕਰ ਦਿੱਤਾ ਗਿਆ ਤੇ ਮਹਾਰਾਜੇ ਦੀ ਜਿਹੜੀ ਜਗੀਰ ਸੀ ਉਹਦੇ ਵਿੱਚੋਂ 12,000 ਰੁਪਈਆ ਹੋਰ ਘਟਾ ਦਿੱਤਾ ਗਿਆ। ਰਾਣੀ ਆਸ ਕੌਰ ਨੇ ਰਿਆਸਤ ਦਾ ਪ੍ਰਬੰਧ ਬਹੁਤ ਚੰਗੀ ਤਰ੍ਹਾਂ ਕੀਤਾ। ਸਾਰੀਆਂ ਖਰਾਬੀਆਂ ਹੌਲੀ ਹੌਲੀ ਇੱਕ ਇੱਕ ਕਰਕੇ ਦੂਰ ਹੋ ਗਈਆਂ, ਪਰ ਉਹ ਤਬਾਹੀ ਦੇ ਹਰਕਾਰੇ ਜਿਹੜੇ ਰਿਆਸਤ ਨੂੰ ਉੱਜੜਦਾ ਵੇਖਣਾ ਚਾਹੁੰਦੇ ਸੀ, ਉਹਨਾਂ ਨੇ ਪੰਡਤ ਨੌਧ ਰਾਏ ਨੂੰ, ਜਿਹੜਾ ਰਾਣੀ ਆਸ ਕੌਰ ਦਾ ਖਾਸ ਨੌਕਰ ਸੀ, ਮਰਵਾਉਣ ਦੀ ਕੋਸ਼ਿਸ਼ ਕੀਤੀ। ਇਹਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ। ਇੱਕ ਵਾਰੀ ਇਹ ਵਾਰ ਖਾਲੀ ਗਿਆ। ਪਿੱਛੋਂ ਪਤਾ ਲੱਗਿਆ ਕਿ ਰਾਣੀ ਖੇਮ ਕੌਰ ਨੇ ਰਾਜਾ ਜਸਵੰਤ ਸਿੰਘ ਨਾਭੇ ਵਾਲੇ ਦੇ ਕਹੇ ਤੇ ਸਾਜ਼ਿਸ਼ ਕੀਤੀ ਹੈ ਤੇ ਨੌਧ ਰਾਏ ਨੂੰ ਮਾਰ ਦਿੱਤਾ ਜਾਏ। ਲਾਲਚ ਇਹ ਦਿੱਤਾ ਗਿਆ ਕਿ ਸਾਹਿਬ ਸਿੰਘ ਦੇ ਮਰਨ ਤੇ ਅਜੀਤ ਸਿੰਘ ਨੂੰ ਗੱਦੀ ਤੇ ਬਿਠਾ ਦਿਆਂਗੇ। ਹੁਣ ਮੁੱਖ ਜਿਹੜਾ ਹੈ ਉਹ ਅਮਰ ਸਿੰਘ ਸੀ, ਜਿਹੜਾ ਕਿ ਆਸ ਕੌਰ ਦਾ ਪੁੱਤਰ ਸੀ। ਇਹ ਸਾਰੀ ਸਾਜ਼ਿਸ਼ ਦਾ ਭਾਂਡਾ ਰਾਣੀ ਪ੍ਰਤਾਪ ਕੌਰ ਦੇ ਭਰਾ ਦਲ ਸਿੰਘ ਨੇ ਭੰਨਤਾ, ਜੀ ਤੋਂ ਫਿਰ ਨੌਧ ਰਾਏ ਮਿਸਰ ਦੀ ਜਾਨ ਬਚ ਗਈ। ਉਹ ਤੋਂ ਬਾਅਦ ਰਾਜਾ ਸਾਹਿਬ ਸਿੰਘ, ਜਿਨ੍ਹਾਂ ਨੇ ਇਕਾਂਤਵਾਸ ਫਿਰ ਅਖਤਿਆਰ ਕਰ ਲਿਆ ਸੀ, ਕਾਫੀ ਸਮਾਂ ਰਹੇ ਤੇ ਇੱਕ ਫੋੜੇ ਦੇ ਨਾਲ ਬਿਮਾਰ ਹੋ ਗਏ। 26 ਮਾਰਚ 1813 ਨੂੰ ਰਾਜਾ ਸਾਹਿਬ ਸਿੰਘ ਕਾਲਵਸ ਹੋ ਗਿਆ। ਪਟਿਆਲੇ ਵਿੱਚ ਹਮੇਸ਼ਾ ਜਿਹੜੇ ਲੜਾਈ ਝਗੜੇ ਹੁੰਦੇ ਰਹੇ, ਇੱਕ ਦੂਜੇ ਦੇ ਵਿਰੁੱਧ ਦੂਸ਼ਣ ਲਾਉਣ ਦਾ ਰਿਵਾਜ ਚੱਲ ਰਿਹਾ ਸੀ। ਉਹਨੇ ਇਸ ਵੇਲੇ ਵੀ ਸਿਰ ਚੁੱਕਿਆ ਤੇ ਇਹ ਗੱਲ ਉਡਾਤੀ ਕਿ ਮਹਾਰਾਜੇ ਸਾਹਿਬ ਸਿੰਘ ਨੂੰ ਕਿਸੇ ਨੇ ਜ਼ਹਿਰ ਦਿੱਤਾ। ਪਰ ਸਰ ਲੈਪਨ ਗ੍ਰਿਫਨ ਤੇ ਹੋਰ ਸਾਰਿਆਂ ਦੀ ਰਾਏ ਇਹ ਹੈ ਕਿ ਰਾਜੇ ਸਾਹਿਬ ਸਿੰਘ ਨੂੰ
ਸ਼ਰਾਬ ਦਾ ਚਸਕਾ ਬਹੁਤਾ ਹੋ ਗਿਆ ਸੀ, ਜੀ ਤੋਂ ਫਿਰ ਉਹਦਾ ਖਾਣ ਪੀਣ ਛੁੱਟ ਗਿਆ ਸੀ। ਫਿਰ ਹਮੇਸ਼ਾ ਮਹਿਲਾਂ ਦੇ ਵਿੱਚ ਹੀ ਚੁੱਪ ਕਰਕੇ ਪਿਆ ਰਹਿੰਦਾ। ਫਿਰ ਸੁਪਨੇ ਵਿੱਚ ਕਿਸੇ ਦੇ ਕਹਿਣ ਤੇ ਸ਼ਰਾਬ ਛੱਡ ਦੇਣਾ, ਜੋ ਜ਼ਹਿਰ ਦਾ ਅਸਰ ਕਰ ਗਿਆ। ਇਹ ਤੋਂ ਵੀ ਇੱਕ ਚੰਗੀ ਸਿੱਖਿਆ ਮਿਲਦੀ ਹੈ। ਰਾਜਾ ਸਾਹਿਬ ਦੇ ਗੁਣ, ਉਹਨਾਂ ਦਾ ਬਿਰਤਾਂਤ ਪੜ੍ਹਨ ਤੋਂ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਵਿੱਚ ਖਾਸ ਗੱਲਾਂ ਇਹ ਨੇ ਕਿ ਇਹਨਾਂ ਦੀਆਂ ਬਾਹਾਂ ਓਨੀਆਂ ਲੰਮੀਆਂ ਸਨ ਕਿ ਗੋਡਿਆਂ ਤੱਕ ਪਹੁੰਚਦੀਆਂ ਸੀ। ਫਿਰ ਪਿੱਛੇ ਪਿੱਠ ਪਾਸੇ ਵੀ ਸੁਖੈਨਤਾ ਨਾਲ ਮੁੜ ਜਾਂਦਾ ਸੀ, ਹੱਥ ਕਮਰ ਤੱਕ ਪੁੱਜਦੇ ਸੀ। ਪੁਸ਼ਪ ਬਾਬਤ ਕਹਿੰਦੇ ਨੇ ਕਿ ਸਿਰ ਤੇ ਕਮਰਾਲੀ, ਗਲ ਕੁੜਤਾ ਤੇ ਲੱਕ 3 ਕੱਪੜੇ ਪਹਿਨਦਾ ਸੀ। ਇੱਕ ਸਫੈਦ ਕੱਪੜਾ ਹਰ ਵੇਲੇ ਮੂੰਹ ਤੇ ਫੇਰਦਾ ਰਹਿੰਦਾ, ਜਿਹਨੂੰ ਲੋਕ ਕਹਿੰਦੇ ਸੀ ਕਿ ਇਹ ਕੱਪੜਾ ਚਬਾਉਂਦਾ ਰਹਿੰਦਾ। ਤੇ ਇੰਨਾ ਭੋਲਾ ਭਾਲਾ ਸੀ ਕਿ ਇੱਕ ਵਾਰੀ ਲੋਕਾਂ ਨੇ ਆ ਕੇ ਬੇਨਤੀ ਕੀਤੀ ਕਿ ਭੱਟੀ ਮੁਸਲਮਾਨ ਡਾਕੂਆਂ ਦੇ ਹੱਥੋਂ ਅਸੀਂ ਬੜੇ ਤੰਗ ਆ ਗਏ ਆ। ਤਦ ਇਹਨੇ ਕਿਹਾ ਵੀ ਜਿਹੜੇ ਪਾਸੇ ਨੂੰ ਡਾਕੂ ਆਉਂਦੇ ਆ ਉਸ ਪਾਸੇ ਕੰਧ ਕੱਢ ਲਓ, ਫੇਰ ਨਹੀਂ ਆਉਣਗੇ। ਤੋ ਰਾਜੇ ਸਾਹਿਬ ਸਿੰਘ ਨੇ 4 ਵਿਆਹ ਕੀਤੇ ਸੀ, ਜਿਨ੍ਹਾਂ ਵਿੱਚੋਂ ਵੱਡੀ ਰਾਣੀ ਸੀ ਇਹਦੀ ਆਸ ਕੌਰ, ਜਿਹਦੇ ਪੇਟੋਂ ਵਲੀ ਅਹਿਦ ਕਰਮ ਸਿੰਘ ਤੇ 2 ਲੜਕੀਆਂ ਪ੍ਰੇਮ ਕੌਰ ਤੇ ਕਰਮ ਕੌਰ ਨੇ ਜਨਮ ਲਿਆ। ਦੂਜੀ ਰਾਣੀ ਸੀ ਨੰਦ ਕੌਰ, ਉਹਦੇ ਪੇਟੋਂ ਕੰਵਰ ਅਜੀਤ ਸਿੰਘ ਪੈਦਾ ਹੋਇਆ। ਤੇ ਜਿਹੜੀਆਂ ਬਾਕੀ 2 ਸੀ ਉਹਨਾਂ ਦੇ ਕੋਈ ਬੱਚਾ ਨਹੀਂ ਹੋਇਆ। ਰਾਜਾ ਕਰਮ ਸਿੰਘ ਦਾ ਜਨਮ 1855 ਦੇ ਵਿੱਚ ਹੋਇਆ ਸੀ। 15 ਸਾਲ ਦੀ ਉਮਰ ਵਿੱਚ, ਇਹ 1855 ਬਿਕਰਮੀ ਸੰਮਤ ਹੈ। 15 ਸਾਲ ਦੀ ਉਮਰ ਵਿੱਚ ਇਹ ਸੰਮਤ 1870 ਬਿਕਰਮੀ ਦੇ ਮੁਤਾਬਕ 30 ਜੂਨ 1813 ਈਸਵੀ ਨੂੰ ਪਟਿਆਲੇ ਦੀ ਰਾਜਗੱਦੀ ਤੇ ਬੈਠਾ। ਅਖਤਰ ਲੋਨੀ ਸਾਹਿਬ ਉਸ ਵੇਲੇ ਪਟਿਆਲੇ ਆਇਆ। ਇੱਕ ਤਲਵਾਰ ਤੇ ਇੱਕ ਖਿਲਤ ਮਹਾਰਾਜੇ ਦੇ ਪੇਸ਼ ਕੀਤੀ। ਪਹਿਲਾਂ ਮਹਾਰਾਜਾ ਕਰਮ ਸਿੰਘ ਵੀ ਪੰਡਤ ਨੌਧ ਰਾਏ ਦੇ ਵਿਰੁੱਧ ਸੀ, ਪਰ ਜਦ ਉਹਨੇ ਵੇਖਿਆ ਕਿ ਇਹ ਇੰਤਜ਼ਾਮ ਵਿੱਚ ਫਰਕ ਨਹੀਂ ਕਰਦਾ, ਫਿਰ ਇਹ ਚੁੱਪ ਰਿਹਾ। ਜਦ ਤੱਕ ਦਰਬਾਰੀਆਂ ਨੇ ਮਹਾਰਾਜੇ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈ ਲਿਆ, ਤਦ ਤੱਕ ਮੁਲਕ ਦਾ ਪ੍ਰਬੰਧ ਆਸ ਕੌਰ ਕਰਦੀ ਰਹੀ। 1814 ਦੇ ਵਿੱਚ ਅੰਗਰੇਜ਼ਾਂ ਵੱਲੋਂ ਇਸ਼ਤਿਹਾਰ ਨਿਕਲਿਆ, ਜਿਹਦੇ ਵਿੱਚ ਗੋਰਖਿਆਂ ਦੇ ਹੱਥੋਂ ਤੰਗ ਆ ਕੇ ਜੰਗ ਦਾ ਜ਼ਿਕਰ ਸੀ। ਗੋਰਖਿਆਂ ਦਾ ਕਮਾਨ ਅਫਸਰ ਅਮਰ ਸਿੰਘ ਥਾਪਾ ਸੀ, ਨੇਪਾਲ ਵਾਲਾ ਪਾਸਾ ਜਿਹੜਾ, ਜਿਹਨੂੰ ਕਿ ਮਹਾਰਾਜੇ ਰਣਜੀਤ ਸਿੰਘ ਨੇ ਪਹਿਲਾਂ ਕਾਂਗੜੇ ਤੋਂ ਕੱਢਿਆ ਸੀ। ਪਟਿਆਲੇ ਦੀ ਰਿਆਸਤ ਦੇ ਏਜੰਟ ਗਵਰਨਰ ਜਨਰਲ ਬਹਾਦਰ ਲੁਧਿਆਣੇ ਵਾਲੇ ਦੇ ਕਹਿਣ ਤੇ ਪਟਿਆਲੇ ਵਾਲਿਆਂ ਨੇ ਆਪਣੀ ਫੌਜ ਭੇਜੀ, ਜਿਹਨੇ ਗੋਰਖਿਆਂ ਨਾਲ ਜੰਗ ਕਰਕੇ ਪਿੰਡ ਮੰਡਿਆਲੀ ਤੇ ਭਰੋਲੀ ਛੁਡਾ ਲਏ। ਤੇ ਹੁਣ ਵੀ ਜਦੋਂ ਕਰਨਲ ਅਖਤਰ ਲੋਨੀ ਨੇ ਰੋਪੜ ਦੇ ਰਾਹ ਪਹਾੜਾਂ ਵਿੱਚ ਪਹੁੰਚ ਕੇ ਨਾਲਾਗੜ੍ਹ, ਰਣਗੜ੍ਹ, ਤਾਰਾਗੜ੍ਹ ਫਤਿਹ ਕਰ ਲਏ ਤੇ 15 ਅਪ੍ਰੈਲ ਨੂੰ ਐਸੀ ਸ਼ਿਕਸਤ ਦਿੱਤੀ ਕਿ ਉਹਨੂੰ ਜਾਨ ਦਾ ਬਚਾਉਣਾ ਵੀ ਮੁਸ਼ਕਲ ਹੋ ਗਿਆ, ਜੀ ਤੋਂ ਤੰਗ ਪੈ ਕੇ ਹਥਿਆਰ ਰੱਖਣੇ ਪਏ। ਪਟਿਆਲੇ ਦੀ ਫੌਜ ਨੇ ਅੰਗਰੇਜ਼ੀ ਸਰਕਾਰ ਦੀ ਪੂਰੀ ਮਦਦ ਦਿੱਤੀ, ਜਿਹਦੇ ਬਦਲੇ ਪਟਿਆਲਾ ਦਰਬਾਰ, ਮੋਹਾਲੀ, ਕਲਜੂਨ, ਬੰਬੜਾ, ਖੋਸਲਾ, ਜਮਰੂਦ, ਕੀਮਲਹੀ, ਬਦਹੜੀ ਕਹਿੰਦੇ, ਬਾਗੜੀ, ਤਰਾਹਾ, ਸਟਗਾਉਂ, ਚੀਲ, ਬਟਕੇਰੀ, ਠਕਰੀਬ, ਘਾਟ, ਜਗਤਗੜ੍ਹ, ਪਰਗਣਾ, ਬਾਰਲੀ, ਕਹਾਰ, ਪਰਗਣਾ, ਭਰੋਲੀ, ਇਹੋ ਜਿਹੇ 16 ਪਹਾੜੀ ਪਿੰਡ 1.5 ਲੱਖ ਦੇ ਨਜ਼ਰਾਨੇ ਬਦਲੇ 10 ਸਤੰਬਰ 1815 ਦੀ ਸੰਦਦ ਨਾਲ ਇਹ ਦੇ ਦਿੱਤੇ ਗਏ। ਰਾਜਾ ਕਰਮ ਸਿੰਘ ਨੂੰ ਕਈ ਦਰਬਾਰੀ ਇਸ ਗੱਲ ਦੀ ਪ੍ਰੇਰਨਾ ਕਰਦੇ ਰਹਿੰਦੇ ਸੀ ਕਿ ਉਹਨਾਂ ਨੂੰ ਹੁਣ ਰਾਜ ਪ੍ਰਬੰਧ ਆਪਣੀ ਮਾਤਾ ਕੋਲੋਂ, ਆਸ ਕੌਰ ਕੋਲੋਂ ਲੈ ਲੈਣਾ ਚਾਹੀਦਾ। ਕਈ ਤਰ੍ਹਾਂ ਦੇ ਸੁਭੇ ਇਹਨਾਂ ਦੇ ਦਿਲ ਵਿੱਚ ਪਾਏ ਗਏ ਤੇ ਰਾਜੇ ਕਰਮ ਸਿੰਘ ਨੇ ਇੱਕ ਦਿਨ ਆਪਣੀ ਮਾਂ ਨੂੰ ਕਿਹਾ ਵੀ ਹੁਣ ਤੁਹਾਨੂੰ ਰਾਜ ਪ੍ਰਬੰਧ ਮੇਰੇ ਹੱਥ ਵਿੱਚ ਦੇ ਦੇਣਾ ਚਾਹੀਦਾ। ਇਹਦੀ ਮਾਂ ਆਸ ਕੌਰ ਬੜੀ ਬੁੱਧੀਵਾਨ ਇਸਤਰੀ ਸੀ। ਉਹਨੇ ਕਿਹਾ, ਪੁੱਤਰ, ਰਾਜਾ, ਮੁਲਕ ਸਭ ਤੇਰਾ ਹੈ, ਜਿਸ ਵੇਲੇ ਚਾਹੋ ਅਖਤਿਆਰ ਲੈ ਲਓ, ਸਾਨੂੰ ਰਿਆਸਤ ਦੇ ਪ੍ਰਬੰਧ ਵਿੱਚ ਹੱਥ ਰੱਖਣ ਦੀ ਕੋਈ ਖਾਸ ਲੋੜ ਨਹੀਂ। ਸੋ ਉਸ ਦਿਨ ਤੋਂ ਹੀ ਰਾਜੇ ਕਰਮ ਸਿੰਘ ਨੇ ਆਪਣੇ ਆਦਮੀ ਨੂੰ ਵੱਡੇ ਅਹੁਦੇ ਤੇ ਰੱਖ ਲਿਆ ਤੇ ਨੌਧ ਰਾਏ ਮਿਸਰ ਨੂੰ ਉਸੇ ਵਜ਼ੀਰੀ ਤੇ ਰੱਖਿਆ, ਕਿਉਂਕਿ ਉਹਦੇ ਸਾਥੀਆਂ ਦੇ ਅਹੁਦੇ ਘਟਾ ਦਿੱਤੇ, ਜਿਹਦੇ ਤੇ ਨੌਧ ਰਾਏ ਨੇ ਸਮਝ ਲਿਆ ਕਿ ਹੁਣ ਇੱਥੇ ਗੁਜ਼ਾਰਾ ਹੋਣਾ ਕਠਿਨ ਹੈ।
ਸੋ ਫਿਰ ਜਵਾਲਾਮੁਖੀ ਦੇ ਦਰਸ਼ਨਾਂ ਦਾ ਬਹਾਨਾ ਕਰਕੇ ਚਲਿਆ ਗਿਆ, ਜਿੱਥੋਂ ਮੁੜਦਾ ਹੋਇਆ 1 ਅਕਤੂਬਰ 1818 ਨੂੰ ਰਸਤੇ ਵਿੱਚ ਉਹਦੀ ਮੌਤ ਹੋ ਗਈ। ਇਧਰ ਮਿਸਰ ਰਾਏ ਨੌਧ, ਜਿਹੜਾ ਮਿਸਰ ਨੌਧ ਰਾਏ ਹੈ, ਇਹਦੀਆਂ ਸੇਵਾਵਾਂ ਪਟਿਆਲੇ ਦਰਬਾਰ ਲਈ ਬੜੀਆਂ ਲਾਭਦਾਇਕ ਰਹੀਆਂ। ਨੌਧ ਰਾਏ ਦੇ ਮਰਨ ਨਾਲ ਰਾਣੀ ਆਸ ਕੌਰ ਦੇ ਅਖਤਿਆਰ ਵਿੱਚ ਆਪਣੇ ਆਪ ਕਮੀ ਹੁੰਦੀ ਗਈ, ਕਿੰਤੂ 1828 ਦੇ ਆਰੰਭ ਤੱਕ ਹੁਣ ਮਾਤਾ ਤੇ ਪੁੱਤਰ ਦੇ ਵਿੱਚ ਪ੍ਰਗਟ ਰੂਪ ਵਿੱਚ ਕੋਈ ਝਗੜੇ ਵਾਲੀ ਗੱਲ ਨਹੀਂ ਹੋਈ। ਰਾਜਾ ਕਰਮ ਸਿੰਘ ਆਪਣੀ ਮਾਤਾ ਦੀ ਬੜੀ ਇੱਜ਼ਤ ਕਰਦਾ ਤੇ ਮਾਣ ਰੱਖਦਾ ਸੀ। ਆਸ ਕੌਰ ਵੀ ਵਸ ਲੱਗਦੇ ਪੁੱਤਰ ਦੇ ਅਖਤਿਆਰਾਂ ਵਿੱਚ ਕਿਸੇ ਤਰ੍ਹਾਂ ਦਾ ਦਖਲ ਦੇਣਾ ਪਸੰਦ ਨਹੀਂ ਸੀ ਕਰਦੀ, ਪਰ ਸਨੌਰ ਦਾ ਖਾਸ ਇਲਾਕਾ ਜਿਹੜਾ ਰਾਣੀ ਆਸ ਕੌਰ ਦੀ ਜਗੀਰ ਸੀ, ਇਹਨੂੰ ਇਸਨੇ ਆਪਣੀ ਸਿਆਣਪ ਦੇ ਨਾਲ 50,000 ਤੋਂ 2 ਲੱਖ ਦਾ ਬਣਾ ਲਿਆ ਸੀ। 50,000 ਰਾਣੀ ਆਪਣੇ ਕੋਲ ਰੱਖੇ ਤੇ ਬਾਕੀ ਮੈਨੂੰ ਦੇਵੇ। ਇਸ ਤਰ੍ਹਾਂ ਕਰਮ ਸਿੰਘ ਆਪਣੀ ਮਾਂ ਦੀ ਤਾਕਤ ਨੂੰ ਕਮਜ਼ੋਰ ਕਰਨਾ ਚਾਹੁੰਦਾ ਸੀ। ਹੁਣ ਇਸ ਝਗੜੇ ਦਾ ਕੋਈ ਫੈਸਲਾ ਨਹੀਂ ਹੋਇਆ ਸੀ ਕਿ ਬਰਕਤ ਅਲੀ ਖਾਂ ਵਜ਼ੀਰ ਦਾ ਇੱਕ ਪਠਾਨ ਨਾਲ, ਜਿਹੜਾ ਕਿ ਮਹਾਰਾਣੀ ਆਸ ਕੌਰ ਦਾ ਨੌਕਰ ਸੀ, ਝਗੜਾ ਹੋਇਆ, ਜੀ ਤੋਂ 6 ਆਦਮੀ ਮਾਰੇ ਗਏ, ਕਈ ਫੱਟੜ ਹੋਏ। ਤੇ ਰਾਜਾ ਕਰਮ ਸਿੰਘ ਨੂੰ ਇਹ ਮੌਕਾ ਆਪਣੇ ਦਿਲੀ ਭਾਵ ਪੂਰੇ ਕਰਨ ਦਾ ਹੱਥ ਆ ਗਿਆ। ਉਹਨੇ ਇਹ ਦੱਸ ਕੇ ਕਿ ਮਾਤਾ ਜਿਹੜੀ ਹੈ ਐਵੇਂ ਫਸਾਦ ਤੇ ਝਗੜੇ ਕਰਵਾ ਕੇ ਰਿਆਸਤ ਦਾ ਪ੍ਰਬੰਧ ਫੇਰ ਆਪਣੇ ਹੱਥ 'ਚ ਲੈਣਾ ਚਾਹੁੰਦੀ ਹੈ। ਅੰਗਰੇਜ਼ ਪੋਲੀਟੀਕਲ ਅਫਸਰ ਜਿਹੜਾ ਕਰਨਾਲ ਵਿੱਚ ਰਹਿੰਦਾ ਸੀ, ਉਹਨੂੰ ਬੁਲਾਵਾ ਭੇਜਿਆ, ਸਾਡਾ ਨਿਪਟਾਰਾ ਕਰਾਓ। ਪੋਲੀਟੀਕਲ ਅਫਸਰ ਆਇਆ, ਉਹਨੇ ਆ ਕੇ ਫੈਸਲਾ ਕਰਤਾ ਵੀ ਰਾਜਾ ਅਮਰ ਸਿੰਘ ਰਿਆਸਤ ਦਾ ਮਾਲਕ ਤੂੰ ਹੈ, ਹੁਕਮ ਤੇਰਾ ਹੀ ਚੱਲੇਗਾ, ਕੋਈ ਤੁਹਾਡੇ ਕੰਮ ਵਿੱਚ ਦਖਲ ਨਹੀਂ ਦੇਵੇਗਾ। ਤੇ ਇਹਦੀ ਮਾਈ ਰਾਣੀ ਆਸ ਕੌਰ ਨੇ ਵੀ ਇਹ ਗੱਲ ਮੰਨ ਲਈ ਤੇ ਉਹ ਆਪਣੀ ਜਗੀਰ ਸਨੌਰ ਵਿੱਚ ਚਲੀ ਗਈ। ਪਰ ਝਗੜੇ ਦੀਆਂ 2 ਗੱਲਾਂ ਅੱਗੇ ਅਜੇ ਬਾਕੀ ਰਹਿ ਗਈਆਂ। ਇੱਕ ਸੀ ਤੋਸ਼ਾਖਾਨਾ, ਇਹਦੇ ਵਿੱਚ ਜੋ ਕੁਝ ਸੀ ਉਹ ਰਾਣੀ ਆਸ ਕੌਰ ਇਹਦੀ ਮਾਤਾ ਅਮਰ ਸਿੰਘ ਦੀ ਨਾਲ ਲੈ ਗਈ। ਦੂਜੀ ਸੀ 2 ਲੱਖ ਦੀ ਜਗੀਰ, ਉਹ ਵੀ ਇਹਨਾਂ ਦੇ ਕਬਜ਼ੇ ਵਿੱਚ ਹੀ ਸੀ। ਰਾਜੇ ਕਰਮ ਸਿੰਘ ਨੇ ਬਹੁਤ ਚਾਹਿਆ ਕਿ ਇਹ ਝਗੜਾ ਕਿਸੇ ਤਰ੍ਹਾਂ ਘਰ ਦੇ ਵਿੱਚ ਹੀ ਨਿਬੜ ਜੇ, ਪਰ ਰਾਣੀ ਆਸ ਕੌਰ ਫਿਰ ਕਿਸੇ ਗੱਲ ਤੇ ਰੁਕੀ ਨਾ, ਜੀ ਤੋਂ ਰਾਜੇ ਅਮਰ ਸਿੰਘ ਨੇ ਕਪਤਾਨ ਮਰੀ ਸਾਹਿਬ, ਜਿਹੜਾ ਕਿ ਸਤਲੁਜ ਤੋਂ ਇਸ ਪਾਰ ਦੀਆਂ ਰਿਆਸਤਾਂ ਦਾ ਉਦੋਂ ਡਿਪਟੀ ਸੁਪਰਡੈਂਟ ਸੀ, ਉਹ DC ਲੱਗਿਆ ਹੋਇਆ ਸੀ, ਉਹਨੂੰ ਬੁਲਾਵਾ ਭੇਜਿਆ ਕਿ ਤੂੰ ਆ ਕੇ ਝਗੜਾ ਨਿਪਟਾ। ਰਾਜੇ ਅਮਰ ਸਿੰਘ ਵੱਲੋਂ ਇਸ ਝਗੜੇ ਦੀ ਨਿਪਟਾਣ ਦੀ ਇਹ ਤਜਵੀਜ਼ ਪੇਸ਼ ਹੋਈ ਤਾਂ ਇਹਦੀ ਮਾਤਾ ਰਾਣੀ ਆਸ ਕੌਰ ਪਟਿਆਲੇ ਆ ਕੇ ਰਹਿਣ ਤੇ ਆਪਣੀ ਜਗੀਰ ਦੇ 50,000 ਰੁਪਇਆ ਰਿਆਸਤ ਕੋਲੋਂ ਲੈ ਲਿਆ ਕਰਨ। ਦੂਜਾ ਤੋਸ਼ਾਖਾਨਾ ਵੀ ਪਟਿਆਲੇ ਚੱਲਿਆ ਆਵੇ। ਜੇ ਕਦੀ ਤੋਸ਼ੇਖਾਨੇ ਦੇ ਵਿੱਚ ਦੀਆਂ ਚੀਜ਼ਾਂ ਜਿਨ੍ਹਾਂ ਦਾ ਮੁੱਲ ਉਦੋਂ 50 ਲੱਖ ਦੇ ਕਰੀਬ ਦਾ ਹੈ, ਤਸੱਲੀ ਦਵਾ ਦਿੱਤੀ ਜਾਵੇ ਕਿ ਜਿਉਂਦੀਆਂ ਤਿਉਂ ਨੇ, ਤਾਂ ਤਾਦੋਂ ਬੇਸ਼ੱਕ ਰਾਣੀ ਆਪਣੇ ਕਬਜ਼ੇ ਵਿੱਚ ਰੱਖ ਸਕਦੀ ਹੈ। ਤਾਂ ਅਕਤੂਬਰ 1823 ਨੂੰ ਇਹ ਡਿਪਟੀ ਕਮਿਸ਼ਨਰ ਮਰੀ ਸਾਹਿਬ ਕੁਝ ਫੌਜ ਲੈ ਕੇ ਫੈਸਲਾ ਕਰਾਉਣ ਦੇ ਵਾਸਤੇ ਪਟਿਆਲੇ ਆਏ ਤੇ ਜਦੋਂ ਕੈਪਟਨ ਮਰੀ ਜਾਂ DC ਪਟਿਆਲੇ ਪਹੁੰਚ ਕੇ ਸ਼ਰਤਾਂ ਅਨੁਸਾਰ ਫੈਸਲਾ ਕਰਾਉਣ ਲੱਗੇ, ਜਿਹੜੀ ਰਾਣੀ ਆਸ ਕੌਰ ਸੀ ਉਹਨੇ ਕੋਈ ਵੀ ਗੱਲ ਨਾ ਮੰਨੀ। ਉਹਨੇ ਸਾਫ਼ ਕਹਿਤਾ ਜਦ ਤੱਕ ਸਨੌਰ ਦੀ ਜਗੀਰ ਉਹਨਾਂ ਦੇ ਪਾਸ ਨਾ ਰਹਿਣ ਦਿੱਤੀ ਜਾਵੇਗੀ ਉਹ ਕੋਈ ਸ਼ਰਤ ਨਹੀਂ ਮੰਨਣਗੇ। ਪਰ ਜਦ ਉਹਨਾਂ ਤੇ ਦਬਾਅ ਪਾਇਆ ਗਿਆ ਤਾਂ ਉਹਨੂੰ ਅੰਗਰੇਜ਼ਾਂ ਦਾ ਫੈਸਲਾ ਜ਼ਰੂਰ ਮੰਨਣਾ ਪਏਗਾ। ਤਦ ਉਹਨਾਂ ਨੇ ਕਿਲ੍ਹਾ ਮਹਾਰਾਜ ਕੋਲ ਛੱਡ ਕੇ ਆਪ ਇਨਸਾਫ ਦੇ ਵਾਸਤੇ ਅੰਬਾਲੇ ਵੱਲ 14 ਅਕਤੂਬਰ ਨੂੰ ਕੂਚ ਕਰਤਾ। ਹੁਣ ਕਰਮ ਸਿੰਘ ਨੂੰ ਇਹ ਗੱਲ ਬੜੀ ਬੁਰੀ ਲੱਗੀ ਕਿ ਉਹਦੀ ਮਾਤਾ ਇਨਸਾਫ ਕਰਾਉਣ ਵਾਸਤੇ ਦੂਜਿਆਂ ਦੇ ਦਰ ਤੇ ਜਾ ਕੇ ਰੁਲੇ। ਨਾਲ ਹੀ ਉਹਨੇ ਇਹ ਸਮਝਿਆ ਵੀ ਜਦ ਕੋਈ ਇਹ ਸੁਣੇਗਾ ਕਿ ਮਾਂ ਤੇ ਪੁੱਤ ਦਾ ਝਗੜਾ ਹੈ, ਤਦ ਹਰ ਕੋਈ ਇਹੀ ਕਹੂ ਵੀ ਪੁੱਤਰ ਕੈਸਾ ਮੋੜ ਹੈ, ਕੈਸਾ ਮਾੜਾ ਹੈ, ਜਿਹੜਾ ਆਪਣੀ ਮਾਤਾ ਨੂੰ ਵੀ ਖੁਸ਼ ਨਹੀਂ ਰੱਖ ਸਕਦਾ। ਇਸ ਕਰਕੇ ਫਿਰ ਰਾਜੇ ਕਰਮ ਸਿੰਘ ਨੇ ਜਾ ਕੇ ਆਪਣੀ ਮਾਂ ਆਸ ਕੌਰ ਦੇ ਪੈਰਾਂ ਤੇ ਸਿਰ ਰੱਖਤਾ ਤੇ ਸਨੌਰ ਦਾ ਇਲਾਕਾ ਦੇਣਾ ਕਰਕੇ ਵਾਪਸ ਮੋੜ ਲਿਆਂਦਾ। ਤੇ ਫਿਰ ਰਾਣੀ ਸਾਹਿਬ ਜਿਹੜੀ ਆਸ ਕੌਰ ਉਹਦੀ ਮਾਤਾ ਉੱਥੇ ਆ ਕੇ ਰਹਿਣ ਬਹਿਣ ਲੱਗੀ। ਰਾਜਾ ਕਰਮ ਸਿੰਘ ਦੇ ਘਰ ਮੱਘਰਵਦੀ 7 ਸੰਮਤ 1880 ਬਿਕਰਮੀ ਨੂੰ
ਰਾਜੇ ਨਰਿੰਦਰ ਸਿੰਘ ਵਲੀ ਅਹਿਦ ਨੇ ਜਨਮ ਲਿਆ। ਇਹ ਖਬਰ ਸੁਣ ਕੇ ਰਾਣੀ ਆਸ ਕੌਰ ਪਟਿਆਲੇ ਚਲੀ ਆਈ। ਇਹਨੇ ਬਹੁਤ ਖੁਸ਼ੀ ਕੀਤੀ ਵੀ ਪੋਤਰੇ ਦਾ ਜਨਮ ਹੋਇਆ। ਸਾਰਾ ਮਾਲ ਸਵਾਬ ਜਿੰਨਾ ਸੀ ਮਹਾਰਾਜਾ ਕਰਮ ਸਿੰਘ ਦੇ ਹਵਾਲੇ ਕਰਕੇ ਫਿਰ ਪਟਿਆਲੇ ਹੀ ਰਹਿਣ ਲੱਗ ਪਈ, ਜਿੱਥੇ 1891 ਬਿਕਰਮੀ ਨੂੰ ਰਾਣੀ ਆਸ ਕੌਰ ਚਲਾਣਾ ਕਰ ਗਈ। ਨਾਭੇ ਤੇ ਪਟਿਆਲੇ ਦਾ ਝਗੜਾ ਇਹ ਮੁੱਦਤਾਂ ਤੋਂ ਚੱਲਿਆ ਆ ਰਿਹਾ ਸੀ। ਪਿੰਡ ਸੁਹਾਲਾ ਬਹਾਦਰ ਦੇ ਕੋਲ ਜਿਹੜੀ ਲੜਾਈ ਹੋਈ ਇਹ ਕੇਵਲ ਗੁਲਾਮ ਰਸੂਲ ਖਾਂ ਬਨੇੜ ਵਾਲੇ ਦੀ ਲੂਣ ਹਰਾਮੀ ਸੀ, ਕਿਉਂਕਿ ਉਹ ਰਾਜੇ ਜਸਵੰਤ ਸਿੰਘ ਨਾਭੇ ਵਾਲੇ ਤੋਂ ਨਾਰਾਜ਼ ਹੋ ਕੇ ਪਟਿਆਲੇ ਚਲਿਆ ਆਇਆ ਸੀ। ਉਹਨੇ ਸਾਰੇ ਭੇਦ ਦੱਸ ਕੇ ਨਾਭੇ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਹੁਣ ਇਸ ਜੰਗ ਦੇ ਵਿੱਚ ਗਿਆਨੀ ਗਿਆਨ ਸਿੰਘ ਆਪ ਦੱਸਦੇ ਨੇ ਵੀ ਗਿਆਨੀ ਗਿਆਨ ਸਿੰਘ ਦਾ ਫੁੱਫੜ ਸਰਦਾਰ ਖੜਕ ਸਿੰਘ ਮਾਨ ਉਹ ਵੀ ਸ਼ਹੀਦ ਹੋ ਗਿਆ ਸੀ, ਕਿਉਂਕਿ ਗਿਆਨੀ ਗਿਆਨ ਸਿੰਘ ਦੀ ਜਿਹੜੀ ਭੂਆ ਸੀ ਉਹ ਮਾਨ ਜੱਟਾਂ ਦੇ ਵਿਆਹੀ ਹੋਈ ਸੀ ਸਰਦਾਰ ਖੜਕ ਸਿੰਘ ਨੂੰ, ਤੇ ਹੋਰ ਬਹੁਤ ਸਾਰੇ ਨਾਭੇ ਦੇ ਸਰਦਾਰ ਮਾਰੇ ਗਏ। ਗਿਆਨੀ ਗਿਆਨ ਸਿੰਘ ਜੀ ਵੀ ਉਸ ਵੇਲੇ ਜਿਹੜੇ ਆ ਫੌਜਾਂ ਵਿੱਚ ਨੌਕਰੀ ਕਰਦੇ ਸੀ ਤੇ ਨਾਲ ਰਹਿੰਦੇ ਸਨ। ਇਹ ਵੀ ਹੈ ਕਿ ਇਹ ਜਿਹੜਾ ਰਾਜਾ ਅਮਰ ਸਿੰਘ ਸੀ ਇਹਦੇ ਆਨੰਦ ਕਾਰਜ ਗਿਆਨੀ ਗਿਆਨ ਸਿੰਘ ਨੇ ਕਰਵਾਏ ਸਨ, ਕਿਉਂਕਿ ਫਿਰ ਇਹ ਜਦੋਂ ਲੱਤ 'ਚ ਗੋਲੀ ਲੱਗੀ ਸੀ ਉਦੋਂ ਬਾਅਦ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਪਟਿਆਲੇ ਵਾਲਿਆਂ ਦਾ ਉੱਥੇ ਗ੍ਰੰਥੀ ਦੀ ਡਿਊਟੀ ਕਰਨ ਲੱਗ ਗਿਆ ਸੀ, ਤੇ ਫਿਰ ਉੱਥੇ ਗ੍ਰੰਥ ਲਿਖਣੇ ਹੋਰ ਇਹੋ ਜਿਹਾ ਜਿਹੜਾ ਹੈ ਕਥਾ ਵੀ ਕਰਦੇ ਰਹੇ। ਨਿਰਮਲੇ ਗੁਰਮੁਖਾਂ ਵਿੱਚੋਂ ਸਨ, ਕਿਉਂਕਿ ਪਿਛੋਕੜ ਜਿਹੜਾ ਭਾਈ ਮਨੀ ਸਿੰਘ ਜੀ ਤੇ ਭਾਈ ਨਗਾਈਆ ਸਿੰਘ ਦੋ ਭਰਾ ਲੌਂਗੋਵਾਲ ਦੇ। ਨਗਾਈਆ ਸਿੰਘ ਦਾ ਇਹ ਅੰਸ਼ ਵੰਸ਼ ਸੀ ਗਿਆਨੀ ਗਿਆਨ ਸਿੰਘ। ਜਿਹੜੇ ਭਾਈ ਮਨੀ ਸਿੰਘ ਜੀ ਹੋਏ ਉਹ ਨਿਰਮਲਿਆਂ ਚੋਂ ਇੱਕ ਗੱਲ ਬੜੀ ਖੋਜ ਵਾਲੀ ਹੈ ਕਿ ਭਾਈ ਮਨੀ ਸਿੰਘ ਦੋ ਹੋਏ ਅਸਲ ਵਿੱਚ। ਇੱਕ ਭਾਈ ਮਨੀ ਸਿੰਘ ਜਿਨ੍ਹਾਂ ਦਾ ਬੰਦ ਕੱਟਿਆ ਗਿਆ ਉਹ ਮਨੀ ਸਿੰਘ ਲੌਂਗੋਵਾਲ ਦੇ ਨੇ, ਉਹ ਗਿਆਨੀ ਗਿਆਨ ਸਿੰਘ ਜੀ ਦੇ ਵਡੇਰਿਆਂ ਚੋਂ ਹੋਏ, ਦੁੱਲਟ ਗੋਤ ਦੇ। ਇਹ ਜੱਟ ਪਰਿਵਾਰ ਵਿੱਚੋਂ ਸੀ, ਕਿਉਂਕਿ ਇਹ ਨਿਰਮਲਿਆਂ ਵਿੱਚੋਂ ਸਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਨਿਰਮਲੇ ਮਹਾਂਪੁਰਸ਼ ਹੋਏ ਤਾਂ ਫਿਰ ਇੱਕ ਨਿਰਮਲਿਆਂ ਦੀ ਜਮਾਤ ਚੱਲੀ, ਜਿਨ੍ਹਾਂ ਦਾ ਕੰਮ ਹੁੰਦਾ ਸੀ ਵਿਦਿਆ ਪੜ੍ਹਨੀ ਪੜ੍ਹਾਉਣੀ ਸੰਥਿਆ ਦੇਣੀ, ਤੇ ਜੰਗ ਯੁੱਧ ਵੀ ਵਿੱਚ ਹਿੱਸਾ ਵੀ ਲੈਂਦੇ ਸੀ। ਬਹੁਤਾ ਕੰਮ ਲਿਖਤ ਪੜ੍ਹਤ ਦਾ ਹੁੰਦਾ ਸੀ। ਇਸ ਕਰਕੇ ਗਿਆਨੀ ਭਾਈ ਮਨੀ ਸਿੰਘ ਜੀ ਨੂੰ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਵਾਸਤੇ ਸੱਦਿਆ ਗਿਆ। ਉੱਥੋਂ ਫਿਰ ਇਹਨਾਂ ਨੂੰ ਅੰਮ੍ਰਿਤਸਰ ਸਾਹਿਬ ਭੇਜਿਆ ਗਿਆ। ਪਹਿਲਾਂ ਵੀ ਇਹ ਜ਼ਿਆਦਾਤਰ ਅੰਮ੍ਰਿਤਸਰ ਸਾਹਿਬ ਹੀ ਰਹੇ ਨੇ। ਜਿਹੜੇ ਜਿਨ੍ਹਾਂ ਦਾ ਬੰਦ ਕੱਟਿਆ ਗਿਆ ਉਹ ਗਿਆਨੀ ਮਨੀ ਸਿੰਘ। ਇੱਕ ਗਿਆਨੀ ਮਨੀ ਸਿੰਘ ਜੀ ਹੋਏ ਨੇ ਭਾਈ ਮਨੀ ਸਿੰਘ। ਇਹ ਵੀ ਜਾਣਾ ਕਿ ਦੋ ਹੋ ਗਏ, ਇੱਕ ਨਾ ਭਾਈ ਮਨੀ ਸਿੰਘ ਲੱਗਦਾ ਸੀ, ਇੱਕ ਗਿਆਨੀ ਮਨੀ ਸਿੰਘ ਸਨ। ਨਿਰਮਲਿਆਂ ਵਿੱਚੋਂ ਹੀ ਇਹ ਫਿਰ ਜਿਹੜਾ ਗਿਆਨੀ ਸ਼ਬਦ ਦਾ ਰਿਵਾਜ ਚੱਲਿਆ। ਗਿਆਨੀ ਸ਼ਬਦ ਨੂੰ ਨਿਰਮਲੇ ਮਹਾਂਪੁਰਸ਼ ਪੁਰਾਤਨ ਜਿਹੜੇ ਗੁਰਸਿੱਖ ਉਹ ਵਰਤਦੇ ਸਨ। ਉਹ ਜਿਹੜੇ ਭਾਈ ਮਨੀ ਸਿੰਘ ਸੀਗੇ ਉਹ ਸੀ ਰਠੌਰ ਰਾਜਪੂਤ, ਜਿਨ੍ਹਾਂ ਦਾ ਪੁੱਤਰ ਭਾਈ ਬਚਿੱਤਰ ਸਿੰਘ ਹੋਇਆ, ਭਾਈ ਉਦੇ ਸਿੰਘ ਹੋਇਆ, ਦੇ 7 ਪੁੱਤ ਸੀ। ਕਿਸੇ 12 ਲਿਖੇ, ਉਹ ਵੀ ਬਹੁਤ ਵੱਡੀਆਂ। ਉਹ ਭਾਈ ਮਨੀ ਸਿੰਘ ਜੀ ਆਨੰਦਪੁਰ ਸਾਹਿਬ ਦੇ ਜੰਗਾਂ ਯੁੱਧਾਂ ਵਿੱਚ ਅਸਲ ਵਿੱਚ ਸ਼ਹੀਦੀ ਪਾ ਗਏ ਸਨ। ਉਹਨਾਂ ਦੇ ਪੁੱਤਰਾਂ ਦਾ ਇਤਿਹਾਸ ਆਇਆ, ਫਿਰ ਬਹੁਤੇ ਇਤਿਹਾਸਕਾਰਾਂ ਨੇ ਸਾਰਾ ਕੁਝ ਇਕੱਠਾ ਕਰਕੇ ਇਸੇ ਮਨੀ ਸਿੰਘ ਦੇ ਹੀ ਪੁੱਤਰ ਬਣਾਤੇ। ਉਹ ਅਸਲ ਵਿੱਚ ਰਠੌਰ ਰਾਜਪੂਤ ਸੀ, ਜਿਹੜੇ ਕਿ ਭਾਈ ਉਦਾ ਜੀ ਹੋਏ ਨੇ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸੀਸ ਦਿੱਲੀੋਂ ਲਿਆਂਦਾ, ਜ਼ਿਆਦਾਤਰ ਇਤਿਹਾਸਕਾਰ ਭਾਈ ਉਦਾ ਜੀ ਦਾ ਹੀ ਨਾਮ ਵਰਤਦੇ ਆ। ਦੂਜੇ ਗੁਰਸਿੱਖ ਨਾਲ ਭਾਈ ਜੈਤਾ ਜੀ ਤੇ ਭਾਈ ਗੁਰਦਿੱਤਾ ਜੀ, ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼। ਉਹਨਾਂ ਕਦੇ ਸੀਸ ਨੂੰ ਕੋਈ ਚੁੱਕਦਾ ਸੀ, ਕਦੇ ਕੋਈ। ਇਸ ਤਰ੍ਹਾਂ ਜਿਹੜਾ ਹੈ ਉਹ ਸੀਸ ਆਨੰਦਪੁਰ ਸਾਹਿਬ ਲਿਆਂਦਾ ਗਿਆ। ਤੇ ਭਾਈ ਉਦਾ ਜੀ ਦੇ ਭਰਾ ਭਾਈ ਬਚਿੱਤਰ ਸਿੰਘ ਹੋਏ ਆ, ਜਿਨ੍ਹਾਂ ਨੇ ਹਾਥੀ ਦੇ ਮੱਥੇ 'ਚ ਨਾਗਣੀ ਮਾਰੀ। ਉਹ ਸਾਰੇ ਜਾਣੇ ਜਿਹੜੇ ਆ ਉਹ ਹੋਏ ਨੇ ਉਸ ਭਾਈ ਮਨੀ ਸਿੰਘ ਰਠੌਰ ਰਾਜਪੂਤ ਦੇ ਪਰਿਵਾਰ ਵਿੱਚੋਂ।
ਭਾਈ ਮਨੀ ਸਿੰਘ ਉਹ ਜਿਹੜਾ ਪਰਿਵਾਰ ਸੀ ਉਹ ਵੀ ਪਿਤਾ ਪੁਰਖੀ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਭਾਈ ਮਨੀ ਸਿੰਘ ਦੇ ਜਿਹੜਾ ਰਠੌਰ ਸੀ ਉਹਨਾਂ ਦੇ ਪਿਤਾ ਨੇ ਵੀ ਸ਼ਹੀਦੀ ਦਿੱਤੀ ਹੈ, ਉਹਨਾਂ ਦੇ ਭਰਾ ਵੀ ਸ਼ਹੀਦ ਹੋਏ ਨੇ, ਉਹਨਾਂ ਦੇ ਪੁੱਤ ਵੀ ਸ਼ਹੀਦ ਹੋਏ ਆ। ਇਸ ਤਰ੍ਹਾਂ ਦਾ ਇਤਿਹਾਸ ਹੈ। ਇਹ ਜਿਹੜੇ ਭਾਈ ਮਨੀ ਸਿੰਘ ਸੀ ਇਹਨਾਂ ਦੇ ਕਿਸੇ ਪੁੱਤਰ ਦਾ ਜ਼ਿਕਰ ਨਹੀਂ ਆਉਂਦਾ, ਭਤੀਜਿਆਂ ਦਾ ਜ਼ਿਕਰ ਆਉਂਦਾ, ਜੀ ਤੋਂ ਇਹ ਲੱਗਦਾ ਹੈ ਕਿ ਇਹ ਨਿਰਮਲਿਆਂ ਵਿੱਚ ਰਹਿ ਕਰਕੇ ਇਹਨਾਂ ਨੇ ਵਿਆਹ ਸ਼ਾਦੀ ਨਹੀਂ ਕਰਾਈ। ਹੋ ਸਕਦਾ ਇਤਿਹਾਸ ਦੀ ਖੋਜ ਦਾ ਵਿਸ਼ਾ, ਕਿਉਂਕਿ ਇਹ ਪਿੰਡ ਲੌਂਗੋਵਾਲ ਦੇ ਸਨ। ਇਸ ਕਰਕੇ ਹੁਣ ਇਹ ਫਿਰ ਉਹ ਐਸਾ ਇਤਿਹਾਸ ਵਿੱਚ ਲਿਖਤਕਾਰਾਂ, ਕਿਉਂਕਿ ਜਿੰਨਾ ਕਿਸੇ ਦਾ ਹੁੰਦਾ ਉਹ ਫਿਰ ਜਦੋਂ ਲਿਖਣ ਲੱਗੇ ਵੀ ਭਾਈ ਮਨੀ ਸਿੰਘ ਦਾ ਪੁੱਤਰ ਬਚਿੱਤਰ ਸਿੰਘ ਹੈ, ਹੋਰ ਉਹ ਸਾਰੇ ਇੱਕ ਮਨੀ ਸਿੰਘ ਨਾਲ ਹੀ ਜੁੜ ਗਏ। ਅਸਲ ਵਿੱਚ ਉਹ ਭਾਈ ਮਨੀ ਸਿੰਘ ਬਹੁਤੇ ਭਾਈ ਸੀ, 12 ਜਾਂ 7 ਇਸ ਤਰ੍ਹਾਂ ਇਤਿਹਾਸ ਵਿੱਚ ਲਿਖਿਆ। ਇਹ ਜਿਹੜੇ ਸਨ ਇਹ ਦੋ ਹੀ ਭਰਾ ਸਨ, ਇੱਕ ਭਾਈ ਗਿਆਨੀ ਮਨੀ ਸਿੰਘ ਤੇ ਦੂਜਾ ਭਾਈ ਨਗਾਈਆ ਸਿੰਘ, ਜਿਹਨੇ ਆ ਕੇ ਆਲਮਗੀਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਸ ਸਮੇਂ ਘੋੜਾ ਭੇਟ ਕੀਤਾ ਸੀ। ਜੀ ਤੋਂ ਫਿਰ ਆਲਮਗੀਰ ਤੋਂ ਮਹਾਰਾਜ ਕਦੇ ਘੋੜੇ ਤੇ ਸਵਾਰ ਹੋ ਜਾਂਦੇ ਆ, ਕਦੇ ਮੰਜੀ ਸਾਹਿਬ ਤੇ ਪਲੰਗ ਤੇ ਸਵਾਰ ਹੁੰਦੇ ਸੀ। ਤੇ ਜਿਹੜਾ ਨਗਾਈਆ ਸਿੰਘ ਸੀ ਇਹਨੂੰ ਵੀ ਸਜ਼ਾ ਦੇਤੀ ਸੀ, ਸ਼ਹੀਦ ਕਰ ਦਿੱਤਾ ਗਿਆ ਸੀ। ਉਹਦੇ ਹੀ ਅੱਗੇ ਪੁੱਤਰ ਹੋਏ ਅਗੜ ਸਿੰਘ ਹੋਣੀ, ਜਿਨ੍ਹਾਂ ਫਿਰ ਮਿਸਲਾਂ ਦੇ ਵਿੱਚ ਰਹਿ ਕੇ ਨਵਾਬ ਕਪੂਰ ਸਿੰਘ ਹੁਣਾਂ ਦੇ ਨਾਲ ਰਲ ਕੇ, ਜੱਸਾ ਸਿੰਘ ਆਹਲੂਵਾਲੀਏ ਉਹਨਾਂ ਦੇ ਨਾਲ ਰਲ ਕੇ ਜੰਗਾਂ ਯੁੱਧਾਂ ਦੇ ਵਿੱਚ ਹਿੱਸਾ ਲਿਆ। ਉਹਨਾਂ ਦੀ ਹੀ ਅੱਗੇ ਦੀ ਅੱਗੇ ਔਲਾਦ ਇਹ ਗਿਆਨੀ ਗਿਆਨ ਸਿੰਘ ਜੀ ਹੋਏ। ਇਸ ਕਰਕੇ ਗਿਆਨੀ ਗਿਆਨ ਸਿੰਘ ਜੀ ਆਪਣੇ ਆਪ ਨੂੰ ਨਿਰਮਲੇ ਜਿਹੜਾ ਹੈ ਪੰਥ ਦੇ ਹਿੱਸਾ ਦੱਸਦੇ ਰਹੇ। ਰਹੋ ਵਿਚਾਰ। ਚਲੋ ਇਹ ਬੜੀਆਂ ਖੋਜਾਂ ਦੇ ਵਿਸ਼ੇ ਹਨ। ਤੋ ਸਮਾਂ ਸੀ ਕਿ ਗਿਆਨੀ ਜੀ ਦੱਸਦੇ ਹੋਏ ਨੇ ਕਿ ਸਾਡਾ ਫੁੱਫੜ ਵੀ ਉਸ ਜੰਗ ਦੇ ਵਿੱਚ ਸਰਦਾਰ ਖੜਕ ਸਿੰਘ ਮਾਨ ਸ਼ਹੀਦ ਹੋਇਆ, ਹੋਰ ਬਹੁਤ ਸਾਰੇ ਨਾਭੇ ਦੇ ਸਰਦਾਰ ਸ਼ਹੀਦੀਆਂ ਪਾਏ ਮਾਰੇ ਗਏ। ਬਾਕੀ ਪਿੰਡ ਨਰਮਾਣੇ, ਛਿਹੋੜੀ, ਇਹੋ ਜਿਹੇ ਪਾਸ ਪਟਿਆਲੇ ਨਾਭੇ ਦੀ ਕਈ ਵਾਰ ਮੁੱਠ ਭੇੜਾਂ ਹੋਈਆਂ, ਪਰ 1891 ਬਿਕਰਮੀ ਨੂੰ ਇੱਕ ਪਿੰਡ ਗੋਸ਼ੇੜੀ ਇਲਾਕਾ ਪਟਿਆਲਾ ਤੇ ਫੂਕਸਹੇੜੀ ਇਹ ਇਲਾਕਾ ਨਾਭਾ, ਇਹ ਸਰਹੱਦਾਂ ਸੀ। ਫਿਰ ਝਗੜਾ ਹੋ ਗਿਆ। ਦੂਜਾ ਪਿੰਡ ਸੀ ਭਰੋੜਾ ਤੇ ਪੱਟੀ ਕਾਂਗੜਾ ਵਾ, ਇਹਨਾਂ ਬਾਬਤ ਰੌਲਾ ਪੈ ਗਿਆ। ਤੀਜਾ ਹਰਮਾਣਾ ਪਿੰਡ ਬਾਬਤ ਇੰਨਾ ਫਸਾਦ ਵਧਿਆ ਕਿ ਲੜਾਈ ਤੱਕ ਨੌਬਤਾਂ ਪੁੱਜ ਗਈਆਂ। ਦੋਹਾਂ ਧਿਰਾਂ ਦੇ ਸੈਂਕੜੇ ਆਦਮੀ ਮਾਰੇ ਗਏ, ਜਿਨ੍ਹਾਂ ਦਾ ਫੈਸਲਾ ਕਰਾਉਣ ਵਾਸਤੇ ਅੰਗਰੇਜ਼ਾਂ ਦੇ ਆਦਮੀਆਂ ਨੂੰ ਵੀ ਬੜਾ ਯਤਨ ਕਰਨਾ ਪਿਆ, ਪਰ ਫਿਰ ਆਪਸ ਵਿੱਚ ਇਹ ਝਗੜਾ ਮੁੱਕ ਗਿਆ। ਕੰਵਰ ਅਜੀਤ ਸਿੰਘ 1866 ਬਿਕਰਮੀ 'ਚ ਪੈਦਾ ਹੋਇਆ ਤੇ ਸੰਮਤ 1892 ਬਿਕਰਮੀ ਨੂੰ ਉਹ ਘਰ ਦੇ ਵਿੱਚ ਹੀ ਸੁਤੰਤਰ ਹੋ ਬੈਠਾ ਤੇ ਮਹਾਰਾਜਾ ਸਾਹਿਬ ਦੇ ਅਪਰਾਧੀਆਂ ਨੂੰ ਪਨਾਹ ਦੇਣ ਲੱਗਿਆ, ਜਿਹੜਾ ਕਿ ਇਹਦੇ ਮਤਰੇਈ ਮਾਂ ਦਾ ਪੁੱਤ ਸੀ ਅਮਰ ਸਿੰਘ ਦੇ। ਜਦੋਂ ਮਹਾਰਾਜਾ ਅਮਰ ਸਿੰਘ ਨੇ ਇਹਨਾਂ ਗੱਲਾਂ ਤੋਂ ਉਹਨੂੰ ਰੋਕਣਾ ਚਾਹਿਆ ਤਾਂ 1862 ਬਿਕਰਮੀ ਵਿੱਚ ਜਿਹੜਾ ਹੈ 92 ਇੱਥੇ ਕਹਿ ਸਕਦੇ ਹਾਂ, ਉਹ ਆਪਣੀ ਮਾਤਾ ਪ੍ਰੇਮ ਕੌਰ ਨੂੰ ਨਾਲ ਲੈ ਕੇ ਦਿੱਲੀ ਵੱਲ ਚਲਿਆ ਗਿਆ। ਉੱਥੇ ਜਾ ਕੇ ਰਿਆਸਤ ਨੂੰ ਅੱਧਾ ਬਣਾਉਣ ਵਾਸਤੇ ਦਾਅਵੇ ਕਰਦਾ ਰਿਹਾ, ਜੀ ਤੋਂ ਬੜੇ ਭਾਰੇ ਕਰਜ਼ੇ ਦੇ ਹੇਠ ਦਬ ਗਿਆ ਤੇ ਬਹੁਤ ਮੁੱਦਤਾਂ ਤੱਕ ਫਿਰ ਉਹ ਇੱਧਰ ਉੱਧਰ ਫਿਰਦਾ ਰਿਹਾ। ਜਦੋਂ ਰਾਜੇ ਕਰਮ ਸਿੰਘ ਨੂੰ ਇਸ ਗੱਲ ਦੀ ਖਬਰ ਮਿਲੀ ਤਾਂ ਇਹਨੇ ਫਿਰ ਆਪਣੇ ਭਰਾ ਨੂੰ ਪਟਿਆਲੇ ਬੁਲਾ ਲਿਆ ਤਾਂ ਕਿ ਪਰਿਵਾਰ ਦੀ ਬਦਨਾਮੀ ਨਾ ਹੋਵੇ, ਤੇ ਉਹਦਾ ਜਿੰਨਾ ਕਰਜ਼ਾ ਸੀ ਉਹ ਸਾਰਾ ਉਤਾਰਤਾ। 50,000 ਦੀ ਉਹਨੂੰ ਜਗੀਰ ਦੇਤੀ। ਕੁਝ ਚਿਰ ਮਗਰੋਂ ਫਿਰ ਉਹਦਾ ਵਿਆਹ ਕਰਤਾ। 1867 ਨੂੰ ਅੰਗਰੇਜ਼ਾਂ ਨੇ ਇਹ ਜਿਹੜਾ ਹੈ ਸਮਾਂ ਆਇਆ ਕਿ ਉਹਨੂੰ ਕਰਜ਼ੇ ਦੀ ਲੋੜ ਹੈ। ਅੰਗਰੇਜ਼ਾਂ ਨੇ ਪ੍ਰਗਟ ਕੀਤਾ, ਹਿੰਦੀ ਰਈਸ ਸਾਨੂੰ ਮਦਦ ਦੇਣ। ਇਹ ਕਿਹਾ ਗਿਆ 5 ਰੁਪਏ ਸੈਂਕੜਾ ਵਿਆਜ ਦਿੱਤਾ ਜਾਊ। ਤਾਂ ਸਭ ਤੋਂ ਪਹਿਲਾਂ ਮਹਾਰਾਜੇ ਕਰਮ ਸਿੰਘ ਨੇ 20 ਲੱਖ ਰੁਪਇਆ ਦੇ ਕੇ ਆਪਣੀ ਵਫਾਦਾਰੀ ਦਾ ਸਬੂਤ ਦਿੱਤਾ। ਸੰਮਤ 1885 ਬਿਕਰਮੀ ਨੂੰ ਜਦੋਂ ਮਰੀ ਸਾਹਿਬ ਪਟਿਆਲੇ ਨਾਭੇ ਦਾ ਉਹ ਝਗੜਾ ਸੀ, ਜਦੋਂ ਉਹ ਆਇਆ ਤੇ ਜਿਹੜਾ ਦਲ ਦੀ ਬਾਬਤ ਬੜੀ ਮੁੱਦਤ ਤੋਂ ਚੱਲਿਆ ਆ ਰਿਹਾ ਸੀ, ਆ ਕੇ ਨਿਪਟਾਤਾ ਤੇ ਜੋ ਫੈਸਲਾ ਹੋਇਆ ਹੁਣ ਤੱਕ ਉਸੇ ਤਰ੍ਹਾਂ ਚੱਲਿਆ ਆ ਰਿਹਾ।
ਇਹ ਤੋਂ ਪਹਿਲਾਂ ਰਿਆਸਤ ਦੇ ਵਿੱਚ ਕੋਈ ਕਾਨੂੰਨ ਖਾਸ ਤੌਰ ਤੇ ਪ੍ਰਚਲਿਤ ਨਹੀਂ ਸੀ, ਨਾ ਹੀ ਕੋਈ ਦਫ਼ਤਰ ਬਣੇ ਹੋਏ ਸੀ। ਬਰਕਤ ਅਲੀ ਖਾਂ ਵਜ਼ੀਰ ਪਹਿਲਾਂ ਅੰਗਰੇਜ਼ਾਂ ਦੇ ਕੋਲੇ ਰਹਿ ਚੁੱਕਿਆ ਸੀ, ਉਹਨੇ ਕੰਮ ਕਾਜ ਦੇ ਦਫ਼ਤਰ ਵੇਖੇ ਹੋਏ ਸੀ, ਇਸ ਕਰਕੇ ਫਿਰ ਉਹਨੇ ਸਾਰੇ ਮਹਿਕਮਿਆਂ ਦੇ ਕੰਮ ਵੰਡੇ ਤੇ ਬਖਸ਼ੀ ਦੇ ਸਪੁਰਦ ਕਰ ਦਿੱਤੀ। ਅੱਗੇ ਇਹ ਸਿੱਧੀ ਦੁਕਾਨਦਾਰਾਂ ਦੇ ਕੋਲੇ ਜਾਂਦੀ ਸੀ, ਹੁਣ ਉਹ ਜਿਹੜੀ ਮਾਇਆ ਸੀ ਸਿੱਧੀ ਤੋਸੇਖਾਨੇ ਨੂੰ ਆਉਂਦੀ, ਉੱਥੋਂ ਫਿਰ ਲਿਖਤੀ ਰੂਪ ਵਿੱਚ ਸਭ ਨੂੰ ਮਿਲਦੀ ਸੀ। ਦਫ਼ਤਰਾਂ ਦੇ ਵਿੱਚ ਪਹਿਲਾਂ ਹਿੰਦੀ ਭਾਸ਼ਾ ਚੱਲਦੀ ਸੋ ਹਟਾ ਕੇ ਉਦੋਂ ਫਾਰਸੀ ਚਲਵਾਈ। ਮੁਕੱਦਮਿਆਂ ਦੇ ਫੈਸਲੇ ਅੱਗੇ ਜ਼ਬਾਨੀ ਹੁੰਦੇ ਸੀ, ਹੁਣ ਬਕਾਇਦਾ ਮਿਸਲਾਂ ਬਣਾ ਕੇ ਬਹੀਆਂ ਰੱਖੀਆਂ ਜਾਣ ਲੱਗੀਆਂ ਤੇ ਰਾਣੀ ਦੇ ਵਾਸਤੇ ਪਰਦੇ ਵਿੱਚ ਰਹਿਣ ਦਾ ਹੁਕਮ ਹੋਇਆ। ਹਰ ਇੱਕ ਗੱਲ ਵਾਸਤੇ ਖਾਸ ਨਿਯਮ ਤੇ ਕਾਇਦੇ ਬਣਾਤੇ। ਜਿਨ੍ਹਾਂ ਗੱਲਾਂ ਤੋਂ ਫੂਲ ਦੀਆਂ ਰਿਆਸਤਾਂ ਦਾ ਆਪਸ ਵਿੱਚ ਝਗੜਾ ਰਹਿੰਦਾ ਸੀ, ਉਹਨਾਂ ਨੂੰ ਦੂਰ ਕਰਨ ਦੇ ਵਾਸਤੇ ਰਾਜੇ ਕਰਮ ਸਿੰਘ ਨੇ 13 ਜੇਠ ਸੰਮਤ 1891 ਬਿਕਰਮੀ ਸੰਮਤ ਨੂੰ ਭਵਾਨੀਗੜ੍ਹ ਦੇ ਮੁਕਾਮ ਤੇ ਰਾਜਾ ਜਸਵੰਤ ਸਿੰਘ ਨਾਭੇ ਵਾਲਾ, ਸੰਗਤ ਸਿੰਘ ਜੀ ਹੁਣਾਂ ਦਾ ਭਾਈ ਉਦੇ ਸਿੰਘ ਕੈਂਥਲ ਦਾ ਰਾਜਾ ਤੇ ਸੰਗਤ ਸਿੰਘ ਭਾਈ ਕਿਆਂ ਚੋਂ ਸੀ, ਤਿੰਨਾਂ ਨੂੰ ਸੱਦ ਕੇ ਇਹਨਾਂ ਦੀ ਸਲਾਹ ਦੇ ਨਾਲ ਜਿਹੜਾ ਹੈ ਖਾਸ ਕਾਇਦੇ ਬਣਾਏ ਔਰ ਇਹਨਾਂ ਦੀ ਪਾਬੰਦੀ ਵਾਸਤੇ ਅੱਗੇ ਵਿੱਚ ਇਕਰਾਰਨਾਮਾ ਹੋਇਆ, ਜਿਸ ਕਰਕੇ ਫਿਰ 4 ਰਿਆਸਤਾਂ ਦੇ ਰਈਸਾਂ ਨੇ ਦਸਤਖਤ ਕਰਕੇ ਮੋਹਰਾਂ ਲਾਤੀਆਂ, ਜੀਂਦ, ਕੈਂਥਲ, ਨਾਭਾ ਤੇ ਪਟਿਆਲਾ। ਇਉਂ ਫਿਰ ਏਕਤਾ ਦੀ ਨੀਂਹ ਖੜੀ ਕਿ ਇਹਨਾਂ ਨਿਯਮਾਂ ਦਾ ਇਉਂ ਸਾਰਾ ਗੱਲ ਹੋਈ ਕਿ ਅਸੀਂ 4 ਰਈਸਾਂ ਦੇ ਵਿੱਚ ਕੋਈ ਕਿਸੇ ਦੇ ਨੌਕਰ ਜਾਂ ਦੋਸ਼ੀ ਨੂੰ ਕੋਈ ਪਨਾਹ ਨਹੀਂ ਦੇਊ, ਕੋਈ ਸਹਾਰਾ ਨਹੀਂ ਦੇਊ। ਦੂਜਾ, ਜੇ 2 ਰਈਸਾਂ ਦਾ ਝਗੜਾ ਹੋ ਜੇ ਬਾਕੀ ਦੇ 2 ਫੈਸਲਾ ਕਰ ਦੇਣਗੇ, ਉਹ ਆਖਰੀ ਹੋਊ। ਸਰਹੱਦੀ ਮਾਮਲਿਆਂ ਤੇ ਝਗੜੇ ਵਾਸਤੇ ਸੰਮਤ 1820 ਦੇ ਕਬਜ਼ਿਆਂ ਦਾ ਲਿਹਾਜ਼ ਰੱਖਿਆ ਜਾਊ। ਚੌਥੀ ਗੱਲ, ਜੇ ਕਿਸੇ ਰਿਆਸਤ ਦਾ ਕੋਈ ਆਦਮੀ ਬਾਕੀਦਾਰ ਜਾਂ ਕਰਜ਼ਦਾਰ ਕਿਸੇ ਦੂਜੀ ਰਿਆਸਤ ਵਿੱਚ ਜਾ ਕੇ ਰਹੇ ਤਾਂ ਉਹਦੇ ਕੋਲੋਂ ਰੁਪਈਆ ਮੰਗਣ ਦੀ ਪਹਿਲੀ ਰਿਆਸਤ ਹੱਕਦਾਰ ਹੋਵੇਗੀ। ਪੰਜਵੀਂ ਗੱਲ ਹੋਈ, ਹਰ ਇੱਕ ਰਿਆਸਤ ਆਪਣੀ ਰਿਆਸਤ ਦੀ ਪਰਜਾ ਵਾਂਗੂ ਦੂਜੀ ਰਿਆਸਤ ਦੀ ਪਰਜਾ ਦੀ ਮਦੋਈ ਨੂੰ ਇਨਸਾਫ ਦੇ ਹੱਕ ਦਿਵਾਏਗੀ। ਛੇਵੀਂ ਗੱਲ, ਚੋਰੀ ਦਾ ਖੁਰਾ ਜਿਸ ਪਿੰਡ ਤੱਕ ਪਹੁੰਚੇ ਜਦ ਤੱਕ ਉਹ ਉਸ ਨੂੰ ਅੱਗੇ ਜਾਂਦਾ ਨਾ ਵਿਖਾਣ, ਚੋਰੀ ਦੇ ਜ਼ਿੰਮੇਵਾਰ ਉਹ ਸਮਝੇ ਜਾਣਗੇ। ਫਿਰ 7ਵੀਂ ਗੱਲ, ਜਿਹੜੀਆਂ ਇਸਤਰੀਆਂ ਨੇ ਉਹ ਮੁਕੱਦਮਿਆਂ ਵਿੱਚ 5 ਸਾਲ ਤੱਕ ਜਿਹੜੀ ਇਸਤਰੀ ਮਾਲ ਸਵਾਬ ਸਮੇਤ ਮੁਦਈ ਨੂੰ ਦਵਾਈ ਜਾਊਗੀ, 5 ਸਾਲ ਮਗਰੋਂ ਨਾਤਾ ਜਾਂ 200 ਰੁਪਈਆ ਦਵਾਇਆ ਜਾਊ। ਇਹੀ ਨਿਯਮ ਬਣਾਇਆ, ਲੜਕੀ ਦਾ ਵਿਆਹ ਦੂਜੀ ਜਗ੍ਹਾ ਕਰਨ ਵਾਲੇ ਨਾਲ ਵਰਤਿਆ ਜਾਊ। ਫਿਰ ਕਤਲ ਕਰਨ ਵਾਲੇ ਕੋਲੋਂ ਮਰਨ ਵਾਲੇ ਦੇ ਵਾਰਸਾਂ ਨੂੰ 200 ਰੁਪਈਆ ਨਗਦ ਜਾਂ ਸਾਕ ਦਵਾਇਆ ਜਾਊ। ਇਹ ਤੋਂ ਬਿਨਾਂ ਦੋਸ਼ੀ ਨੂੰ ਸਖਤ ਕੈਦ ਦਿੱਤੀ ਜਾਵੇਗੀ। ਇਉਂ 1892 ਬਿਕਰਮੀ ਨੂੰ ਮਾਫੀਦਾਰਾਂ ਤੇ ਜ਼ਿਮੀਂਦਾਰਾਂ ਮਹਾਰਾਜ ਦੀ ਨਿਗਰਾਨੀ ਵਿੱਚ ਫਿਰ ਇਹ ਪਟਿਆਲੇ ਹਿਫਾਜ਼ਤ ਜੋ ਪਹਿਲਾਂ ਰਿਆਸਤ ਫੂਲ ਦੇ ਸਬੰਧ ਵਿੱਚ ਸੀ, ਗਵਰਨਮੈਂਟ ਅੰਗਰੇਜ਼ੀ ਨੇ ਫਿਰ ਆਪਣੇ ਹੱਥ 'ਚ ਲਈ। ਸੰਮਤ 1898 ਨੂੰ ਜਦੋਂ ਮਰਹੱਟਿਆਂ ਨੇ ਸਾਰੇ ਇਲਾਕੇ ਤੇ ਮਰਹੱਟਿਆਂ ਦੇ ਇਲਾਕੇ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤਾਂ ਉਹਨਾਂ ਨੇ ਗਵਰਨਮੈਂਟ ਪਟਿਆਲਾ ਤੋਂ ਉਹਨਾਂ ਪਿੰਡਾਂ ਦੀ ਮੰਗ ਕਰ ਲਈ ਜਿਹੜੇ ਹਾਂਸੀ, ਹਿਸਾਰ, ਗੁਹਾਣਾ, ਸਰਸਾ ਇਤਿਆਦਿ ਇਹਨਾਂ ਦੇ ਇਲਾਕੇ ਵਿੱਚ ਸੀ। ਜਿਹੜਾ ਪੈਰਨ ਸਾਹਿਬ ਮਰਹੱਟਿਆਂ ਦੇ ਸਿਪਾਹ ਸਲਾਰ ਦੀ ਮਦਦ ਨਾਲ ਉਹਨਾਂ ਤੇ ਉੱਤੇ ਕਬਜ਼ਾ ਕੀਤਾ ਸੀ। ਅੰਗਰੇਜ਼ ਕਹਿੰਦੇ ਸੀ ਕਿ ਮਰਹੱਟਿਆਂ ਦੇ ਕਾਇਮ ਮੁਕਾਮ ਹੁਣ ਅਸੀਂ ਆ, ਇਸ ਕਰਕੇ ਪਿੰਡ ਸਾਨੂੰ ਮਿਲਣੇ ਚਾਹੀਦੇ ਆ। ਲੰਮੇ ਚੌੜੀ ਵਿਚਾਰ ਹੋਈ ਤਾਂ ਮਗਰੋਂ 266 ਪਿੰਡਾਂ ਦੇ ਵਿੱਚੋਂ 1,85,000 ਦੀ ਆਮਦਨ ਦੇ 41 ਪਿੰਡ ਤਾਂ ਬਕਾਇਆ ਆਮਦਨੀ 1843 ਤੋਂ 1856 ਈਸਵੀ ਤੱਕ ਦੇ ਹਿਸਾਰ ਦੇ ਜ਼ਿਲ੍ਹੇ ਵਿੱਚੋਂ ਮਹਾਰਾਜੇ ਪਟਿਆਲੇ ਨੂੰ ਮਿਲਣ ਦਾ ਹੁਕਮ ਹੋਇਆ ਤੇ 25 ਪਿੰਡ ਜ਼ਿਲ੍ਹਾ ਸਰਸਾ ਵਿੱਚ ਬਾਕੀ ਰਹੇ। 8,2800 ਰੁਪਈਆ ਆਮਦਨੀ ਦੇ ਬਾਕੀ 15 ਪਿੰਡਾਂ ਦੇ ਬਦਲੇ ਅਸਬ, ਬਦਰਾ, ਭੈਣੀ, ਸਾਹੂ ਕੇ ਮੰਡੇਰ ਆਦਿਕ ਮਿਲ ਗਏ ਤੇ ਇਹ ਝਗੜਾ ਜਿਹੜਾ ਸੀ 1803 ਤੋਂ ਚੱਲਦਾ ਆ ਰਿਹਾ ਉਹ ਮੁੱਕ ਗਿਆ। ਭਾਵੇਂ ਰਾਜਾ ਕਰਮ ਸਿੰਘ ਇਹਨਾਂ ਕੁਝ ਗੱਲਾਂ ਤੋਂ ਜਿਹੜੀਆਂ ਅੰਗਰੇਜ਼ਾਂ ਨੇ ਖਾਮਖਾ ਦਖਲ ਦਿੱਤਾ ਸੀ ਕੁਝ ਗੁੱਸੇ ਹੋ ਗਿਆ, ਪਰ ਫਿਰ ਵੀ 1845 ਈਸਵੀ ਦੇ ਮੁਤਾਬਕ 1903 ਬਿਕਰਮੀ ਨੂੰ ਜਦੋਂ ਅੰਗਰੇਜ਼ਾਂ ਦੀ ਲਾਹੌਰ ਦਰਬਾਰ ਨਾਲ ਲੜਾਈ ਹੋ ਪਈ
ਤਾਂ ਇਹਨੇ ਖੁੱਲ੍ਹ ਖੁੱਲ੍ਹਾ ਅੰਗਰੇਜ਼ਾਂ ਦਾ ਸ਼ੁਭ ਚਿੰਤਕ ਤੇ ਖੈਰ ਖੁਆਹ ਆਪਣੇ ਆਪ ਨੂੰ ਪ੍ਰਗਟ ਕੀਤਾ ਤੇ ਸਹਾਇਤਾ ਵਾਸਤੇ ਆਪਣੀ ਫੌਜ ਭੇਜਣ, ਰਸਦ ਪਹੁੰਚਾਉਣ ਵਿੱਚ ਵੀ ਕੋਈ ਫਰਕ ਨਹੀਂ ਰੱਖਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਰਾਜੇ ਨੇ ਆਪਣੀ ਫੌਜ ਦੇ ਮੁਕਾਬਲੇ ਜੋ ਕੁਝ ਉਹਨੇ ਅੰਗਰੇਜ਼ਾਂ ਦੀ ਮਦਦ ਕੀਤੀ ਉਹ ਤੋਂ ਫਿਰ ਇਹ ਸ਼ਰਮਿੰਦਗੀ ਇਹਨੂੰ ਬਹੁਤ ਮਿਲੀ ਕਿ ਦੇਖ, ਲਾਹੌਰ ਦਰਬਾਰ ਦੇ ਖਿਲਾਫ ਪਟਿਆਲੇ ਵਾਲੇ ਅੰਗਰੇਜ਼ਾਂ ਦੀ ਮਦਦ ਕਰਦੇ। ਤਾਂ ਇਹ ਸ਼ਰਮਿੰਦਗੀ ਦਾ ਮਾਰਿਆ ਰਾਜਾ ਕਰਮ ਸਿੰਘ ਫਿਰ ਫੇਰੂ ਸ਼ਹਿਰ ਦੀ ਲੜਾਈ ਵਿੱਚ ਸਿੱਖਾਂ ਉਸ ਸਮੇਂ ਇਹ ਜਿਹੜਾ ਹੈ ਲੜ ਰਿਹਾ ਸੀ ਤੇ 30 ਦਸੰਬਰ 1845 ਮਗਰੋਂ ਦੂਜੇ ਦਿਨ ਇਹਦੀ ਸ਼ਰਮਿੰਦਗੀ ਕਰਕੇ ਮੌਤ ਹੋ ਗਈ। ਪਰ ਜੋ ਕੁਝ ਉਹਨੇ ਕੀਤਾ ਉਹ ਆਪਣੇ ਮੁਤਾਬਕ ਵੇਲੇ ਸਿਰ ਠੀਕ ਕੀਤਾ। ਰਾਜੇ ਕਰਮ ਸਿੰਘ ਨੇ ਆਪਣੇ ਆਪ ਨੂੰ ਆਪਣੇ ਵੱਡਿਆਂ ਨਾਲੋਂ ਚੰਗਾ, ਦਾਨਾ ਤੇ ਸਿਆਣਾ ਸਾਬਤ ਕੀਤਾ। ਰਾਜ ਪ੍ਰਬੰਧ ਵਿੱਚ ਜੋ ਜੋ ਮੁਸ਼ਕਲਾਂ ਆਪਣੇ ਭਰਾ ਅਜੀਤ ਸਿੰਘ ਤੇ ਇਹਦੀ ਮਾਂ ਆਸ ਕੌਰ ਵੱਲੋਂ ਆਈਆਂ, ਉਹਨਾਂ ਸਾਰੀਆਂ ਨੂੰ ਬੜੀ ਸਹਿਨਸ਼ੀਲਤਾ ਸਮਝ ਨਾਲ ਨਜਿੱਠਿਆ। ਇਹਨਾਂ ਨਾਲ ਕੋਈ ਬੇਇਨਸਾਫੀ ਨਹੀਂ ਕੀਤੀ। ਇਹਦਾ ਚਾਲ ਚੱਲਣ ਵੀ ਚੰਗਾ ਰਿਹਾ। ਇਹਨੇ ਆਪਣੀ ਰਿਆਸਤ ਦਾ ਪ੍ਰਬੰਧ ਬੜੀ ਚੰਗੀ ਤਰ੍ਹਾਂ ਕੀਤਾ। ਇਹ ਰਾਜੇ ਕਰਮ ਸਿੰਘ ਨੇ ਆਪਣੀ ਰਿਆਸਤ ਵਿੱਚ ਜਿਹੜੇ ਭਲਾਈ ਦੇ ਨਿਯਮ ਬੱਧੇ ਉਹਦੇ ਤੇ ਆਪ ਵੀ ਚੱਲਿਆ ਤੇ ਦੂਜਿਆਂ ਨੂੰ ਵੀ ਚੱਲਣ ਵਾਸਤੇ ਆਪਣੇ ਨਾਲ ਰੱਖਿਆ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਬੜਾ ਅਕਲਮੰਦ ਰਈਸ ਸੀ। ਇਹਨੇ ਕਈ ਮਕਾਨ ਬਣਵਾਏ ਜਿਨ੍ਹਾਂ ਵਿੱਚੋਂ ਬਹਾਦਰਗੜ੍ਹ ਦਾ ਕਿਲ੍ਹਾ ਖਾਸ ਤੌਰ 'ਤੇ ਉਸਤਤ ਕਰਨ ਯੋਗ ਹੈ। ਤੇ ਹੁਣ ਇਹ ਮਹਾਰਾਜਾ ਕਰਮ ਸਿੰਘ, ਇਹਦੇ ਜਿਹੜਾ ਪੁੱਤਰ ਹੋਇਆ 1880 ਬਿਕਰਮੀ ਨੂੰ ਰਾਜਾ ਨਰਿੰਦਰ ਸਿੰਘ ਤੇ 1903 ਬਿਕਰਮੀ ਨੂੰ 23 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ ਹੁਣ ਗੱਦੀ ਤੇ ਬੈਠਾ ਤੇ ਇਹ ਵੀ ਆਪਣੇ ਪਿਤਾ ਵਾਂਗ ਬੜਾ ਸਮਝਦਾਰ ਨਿਕਲਿਆ। ਕਈ ਗੱਲਾਂ ਵਿੱਚ ਪਿਤਾ ਨਾਲੋਂ ਵੀ ਵੱਧ ਗਿਆ। ਇਹਨੇ ਵੀ ਲਾਹੌਰ ਦਰਬਾਰ ਦੇ ਟਾਕਰੇ ਤੇ ਅੰਗਰੇਜ਼ਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ, ਜਿਹਦੇ ਕਾਰਨ ਮੇਜਰ ਮੈਕਸਨ ਸਾਹਿਬ, ਕਪਤਾਨ ਮਲਸਨ ਸਾਹਿਬ ਤੇ ਮਿਸਟਰ ਕਸ਼ਟ, ਕਈ ਅੰਗਰੇਜ਼ਾਂ ਨੇ ਆਪਣੀਆਂ ਨੋਟਬੁੱਕਾਂ ਵਿੱਚ ਇਹਦੀ ਤਾਰੀਫ ਲਿਖੀ ਹੈ ਤੇ ਇਹ ਵੀ ਲਿਖਿਆ ਹੈ ਕਿ ਸਤਲੁਜ ਤੋਂ ਪਾਰ ਦੇ ਸਾਰੇ ਰਈਸਾਂ ਤੋਂ ਵੱਧ ਕੇ ਸਭ ਤੋਂ ਵਧੇਕ ਰਸਦ ਤੇ ਭਾਰ ਬਰਦਾਰੀ ਰਿਆਸਤ ਪਟਿਆਲਾ ਵੱਲੋਂ ਅੰਗਰੇਜ਼ਾਂ ਨੂੰ ਮਿਲਦੀ ਰਹੀ ਹੈ। ਇਹ ਰਿਆਸਤ ਦੀ ਫੌਜ ਨੇ ਕਿਲ੍ਹਾ ਘੁੰਗਰਾਣਾ ਫਤਿਹ ਕਰਕੇ ਦੱਸਿਆ। ਇੰਨੀ ਹਮਦਰਦੀ, ਫਿਕਰ ਤੇ ਖੁਸ਼ੀ ਨਾਲ ਕਿਸੇ ਦੂਜੇ ਰਈਸ ਨੇ ਅੰਗਰੇਜ਼ਾਂ ਦਾ ਕੰਮ ਨਹੀਂ ਕੀਤਾ। ਇਹੀ ਕਾਰਨ ਹੈ ਕਿ 22 ਸਤੰਬਰ ਸਨ 1847 ਨੂੰ ਇਹਨਾਂ ਦੀ ਖੈਰ ਗਵਾਈ ਦੇ ਬਦਲੇ ਇੱਕ ਬੜੀ ਪ੍ਰਸ਼ੰਸਾ ਵਾਲੀ ਸਨਦ ਇਹਨਾਂ ਪਟਿਆਲੇ ਵਾਲਿਆਂ ਨੂੰ ਮਿਲੀ ਤੇ ਰਿਆਸਤ ਨਾਭੇ ਦੇ ਜ਼ਬਤ ਹੋਏ ਵੇ ਇਲਾਕੇ ਵਿੱਚੋਂ ਉਹ ਇਲਾਕਾ ਜਿਹਦੀ ਆਮਦਨੀ 1 ਲੱਖ ਰੁਪਏ ਦੇ ਕਰੀਬ ਸੀ ਤੇ ਉਹ ਸਾਰੇ ਹੋਰ ਸਾਲਾਨਾ ਮਾਮਲੇ ਜਿਹੜੇ ਸਨ 71,224 ਰੁਪਏ ਸਾਲਾਨਾ ਮਾਮਲਾ ਸੀ। ਫਿਰ ਇਹ ਪਟਿਆਲੇ ਇਲਾਕੇ ਹੋਰ ਫਰੀਦਕੋਟ ਵਿੱਚ ਫਿਰ ਅੱਧੇ ਅੱਧੇ ਉਹ ਵੰਡ ਦਿੱਤੇ ਗਏ। ਲੜਾਈ ਤੋਂ ਪਿੱਛੋਂ ਸਰਕਾਰ ਨੇ ਸਤਲੁਜ ਦੇ ਜਿਹੜੇ ਪਾਰ ਦੇ ਰਈਸਾਂ ਬਾਬਤ ਆਪਣੀ ਪਾਲਿਸੀ ਬਦਲ ਲਈ। ਸਵਾਏ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਤੇ ਮਲੇਰਕੋਟਲਾ, ਛਛਰੌਲੀ, ਰਾਏਕੋਟ, ਮਮਦੋਦ, ਬੂੜੀਆ, ਦੀਪਾਲਗੜ੍ਹ, ਇਹਨਾਂ ਨੇ ਰਿਆਸਤਾਂ ਦੇ ਬਾਕੀ ਸਾਰਿਆਂ ਦੀ ਦੀਵਾਨੀ ਫੌਜਦਾਰੀ ਅਖਤਿਆਰ ਖੋਹ ਕੇ ਇਹ ਰਿਆਸਤਾਂ ਤੋਂ ਬਿਨਾਂ ਅੰਗਰੇਜ਼ਾਂ ਨੇ ਉਹਨਾਂ ਨੂੰ ਇੱਕ ਆਮ ਜ਼ਿਮੀਂਦਾਰ ਬਣਾਤਾ। ਸੰਮਤ 1909 ਬਿਕਰਮੀ 'ਚ ਮਹਾਰਾਜਾ ਨਰਿੰਦਰ ਸਿੰਘ ਨੇ ਆਪਣੀ ਲੜਕੀ ਬਸੰਤ ਕੌਰ ਦਾ ਵਿਆਹ ਧੌਲਪੁਰ ਦੇ ਰਾਣੇ ਭਗਵੰਤ ਸਿੰਘ ਦੇ ਨਾਲ ਬੜੀ ਧੂਮ-ਧਾਮ ਨਾਲ ਕੀਤਾ, ਜਿਹਦੇ ਤੇ ਉਸ ਸਮੇਂ ਇਹਨਾਂ ਦਾ 14 ਲੱਖ ਰੁਪਈਆ ਖਰਚ ਹੋਇਆ। ਇਸੇ ਤਰ੍ਹਾਂ ਰਾਣੇ ਭਗਵੰਤ ਸਿੰਘ ਉਹਨਾਂ ਦਾ ਵੀ ਕਈ ਲੱਖ ਖਰਚ ਹੋਇਆ ਲੜਕੀ ਦਾ ਵਿਆਹ ਕਰਕੇ। ਇਹ ਮਹਾਰਾਜਾ ਨਰਿੰਦਰ ਸਿੰਘ ਯਾਤਰਾ ਵਾਸਤੇ ਚਲਿਆ ਗਿਆ। ਹਰਿਦੁਆਰ, ਤਪੋਵਨ, ਰਿਸ਼ੀਕੇਸ਼ ਆਦਿਕ ਹੋ ਕੇ ਬਦਰੀਨਾਥ ਪਹੁੰਚਿਆ ਤੇ ਇਹਦੇ ਸਫ਼ਰ ਦੇ ਵਿੱਚ 65,000 ਦੇ ਕਰੀਬ ਰੁਪਈਆ ਇਹਦਾ ਖਰਚ ਹੋਇਆ ਤੇ ਇਹਨੇ ਬਦਰੀਨਾਥ ਦੇ ਵਿੱਚ ਇੱਕ ਸਦਾ ਵਰਤ 1000 ਦਾ ਸਾਲ ਦਾ ਇਹਨੇ ਉਸ ਸਮੇਂ ਲਾਇਆ। ਹੁਣ ਮਹੀਨਾ ਅੱਸੂ 1909 ਬਿਕਰਮੀ ਸੰਮਤ ਹੈ। ਰਾਜਾ ਨਰਿੰਦਰ ਸਿੰਘ ਦੇ ਘਰ ਮਹਾਰਾਜਾ ਮਹਿੰਦਰ ਸਿੰਘ ਵਲੀਅਹਿਦ ਪੈਦਾ ਹੋਇਆ। ਬਹੁਤ ਖੁਸ਼ੀਆਂ ਮਨਾਈਆਂ। ਇਹ ਤੋਂ ਪਿੱਛੋਂ ਫਿਰ
ਸੰਮਤ 1911 ਬਿਕਰਮੀ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ ਰਾਜਾ ਸਰੂਪ ਸਿੰਘ ਜੀਂਦ ਵਾਲੇ ਦੀ ਮਦਦ ਵਾਸਤੇ ਜਿਹੜਾ ਮਦਦ ਭੇਜ ਕੇ ਬਜਵਾੜੇ ਦਾ ਇਲਾਕਾ ਫਤਿਹ ਕੀਤਾ। ਇਹ ਇਲਾਕਾ ਪਹਿਲਾਂ ਜੀਂਦ ਵਾਲਿਆਂ ਦੇ ਕਬਜ਼ੇ ਵਿੱਚ ਸੀ, ਪਰ ਇੱਥੋਂ ਦੀ ਵਸੋਂ ਇੱਥੋਂ ਦੇ ਨਿਯਤ ਕੀਤੇ ਹੋਏ ਤਹਿਸੀਲਦਾਰ ਦੇ ਜ਼ੁਲਮ ਹੱਥੋਂ ਬਹੁਤ ਸਖਤੀ ਕਰਦਾ ਸੀ, ਤੰਗ ਆ ਕੇ ਬਾਗੀ ਹੋ ਗਈ ਸੀ। 4 ਮਹੀਨੇ ਤੱਕ ਲੜਾਈ ਹੁੰਦੀ ਰਹੀ, ਸੈਂਕੜੇ ਆਦਮੀ ਦੋਹਾਂ ਪਾਸਿਆਂ ਦੇ ਮਰੇ। ਫਿਰ ਪਟਿਆਲੇ ਦੀ ਜਦੋਂ ਫੌਜ ਪਹੁੰਚੀ ਤੇ ਫਿਰ ਇਹ ਇਲਾਕਾ ਸਰ ਹੋ ਗਿਆ। ਹੁਣ ਜ਼ਿਲ੍ਹਾ ਲਾਹੌਰ ਲੈਣ ਤੋਂ ਪਿੱਛੋਂ ਇਧਰ ਅੰਗਰੇਜ਼ੀ ਸਰਕਾਰ ਨੇ ਸਤਲੁਜ ਦੇ ਉਹ ਪਾਰ ਦੇ ਇਲਾਕੇ ਦੇ ਰੀਸਾਂ ਦੇ ਫਿਰ ਅਖਤਿਆਰ ਖੋਲੇ। ਤਦ ਉਸ ਵੇਲੇ ਨਵਾਂ ਪ੍ਰਬੰਧ ਹੋਣ ਲੱਗਿਆ। ਉਹਨਾਂ ਹੀ ਦਿਨਾਂ ਦੇ ਵਿੱਚ ਇਹ ਰਿਆਸਤ ਦੇ 97 ਪਿੰਡ ਚੌਥੇ ਹਿੱਸੇ ਵਾਲਿਆਂ ਦੀ ਬਾਬਤ ਬੜੇ ਝਗੜੇ ਚੱਲਦੇ ਸੀ। ਔਰ ਇਹਨਾਂ ਦੇ ਵਿੱਚ 9 ਪਿੰਡ ਮਿਸਲ ਵਾਲੇ ਸਿੱਖ, 8 ਟੋਡਰ ਮਾਜਰੀਏ, 39 ਚੁੰਨੀ ਮਛਲੀ ਵਾਲੇ ਤੇ 15 ਫੈਜ਼ਲਪੁਰੀਏ ਤੇ 5 ਦੇ ਵਿੱਚ ਲੱਦੜਾਂ ਵਾਲੇ ਚੌਥਾਈ ਦੇ ਹਿੱਸੇਦਾਰ ਸੀ। ਅੰਗਰੇਜ਼ੀ ਸਰਕਾਰ ਨੇ ਇਸ ਮੁਕੱਦਮੇ ਤੇ ਬੜਾ ਲੰਮਾ ਚੌੜਾ ਹੋਣ ਤੋਂ ਮਗਰੋਂ ਫੈਸਲਾ ਦਿੱਤਾ ਵੀ ਇਹ ਪਿੰਡ ਪਟਿਆਲੇ ਵਾਲਿਆਂ ਦੀ ਮਰਜ਼ੀ ਤੋਂ ਬਿਨਾਂ ਅੰਗਰੇਜ਼ਾਂ ਦੇ ਇਲਾਕੇ ਵਿੱਚ ਮਿਲਾ ਲਏ, ਪਰ ਕਿਸੇ ਕਦਰ ਹਿੱਸਾ ਪਟਿਆਲੇ ਰਿਆਸਤ ਨੂੰ ਦੇਤਾ। ਮਹਾਰਾਜਾ ਨਰਿੰਦਰ ਸਿੰਘ ਨੂੰ ਅੰਗਰੇਜ਼ੀ ਦੇਸ਼ਾਂ ਦਾ, ਗੋਰਿਆਂ ਦੇ ਇੰਗਲਿਸਤਾਨ ਦੀ ਸੈਰ ਕਰਨ ਦਾ ਸ਼ੌਂਕ ਪੈਦਾ ਹੋਇਆ। ਤਾਂ ਉਹਨੇ ਸੰਮਤ 1911 ਬਿਕਰਮੀ ਸਾਵਣ ਦਾ ਮਹੀਨਾ ਇਸ ਖਿਆਲ ਤੋਂ ਪਟਿਆਲੇ ਤੋਂ ਕੂਚ ਕਰਕੇ ਬਨਾਰਸ ਪਹੁੰਚਿਆ। ਉੱਥੇ ਬਹੁਤ ਪੁੰਨਦਾਨ ਕੀਤੇ ਔਰ ਇੱਥੋਂ ਦੇ ਰਾਜੇ ਈਸ਼ਵਰੀ ਪ੍ਰਸਾਦ ਨੂੰ ਮਿਲਿਆ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਤੇ ਬਹੁਤ ਚੜਾਵਾ ਚੜਾਇਆ। ਇੱਕ ਸਦਾ ਵਰਤ ਸਦਾ ਲਈ ਲਾਇਆ। ਉਦੋਂ ਸਦਾ ਵਰਤ ਲਿਖਦੇ ਸੀ, ਇਹਨੂੰ ਆਮ ਆਪਾਂ ਲੰਗਰ ਕਹਿੰਦੇ। ਫਿਰ ਗਿਆ ਜਿੱਥੋਂ ਪਟਨੇ ਪਹੁੰਚੇ, ਇੱਥੇ ਵੀ ਗੁਰਦੁਆਰੇ ਗਿਆ, ਕਾਫੀ ਰਕਮ ਭੇਟ ਚੜਾਈ। ਉੱਥੇ ਵੀ ਇੱਕ ਸਦਾ ਵਰਤ ਦਾ ਭਾਵ ਹੁੰਦਾ ਕਿ ਲਗਾਤਾਰ ਲੰਗਰ ਚੱਲਣਾ। ਫਿਰ ਕਲਕੱਤੇ ਪਹੁੰਚਿਆ। ਅੰਗਰੇਜ਼ ਅਫਸਰ ਇੱਕ ਦਸਤੇ ਸਿਪਾਹ ਦੇ ਨਾਲ ਸਵਾਗਤ ਨੂੰ ਆਏ। ਕਿਲ੍ਹਾ ਫੋਰਟ ਵਿਲੀਅਮ ਦੇ ਵਿੱਚ 17 ਤੋਪਾਂ ਦੀ ਇਹਨੂੰ ਸਲਾਮੀ ਹੋਈ। 1300 ਰੁਪਇਆ ਨਗਦ, 21 ਕਿਸ਼ਤੀਆਂ ਮਠਿਆਈਆਂ ਦੀਆਂ ਮਹਾਰਾਜੇ ਦੇ ਪੇਸ਼ ਹੋਈਆਂ। ਫਿਰ ਦਸੰਬਰ 1854 ਈਸਵੀ ਨੂੰ ਮਾਰਕੁਇਸ ਲਾਰਡ ਡਲਹੌਜੀ ਨਾਲ ਮੁਲਾਕਾਤ ਹੋਈ ਤੇ ਮਹਾਰਾਜਾ ਸਾਹਿਬ ਬਲੈਤ ਜਾਣ ਤੇ ਬੜਾ ਜ਼ੋਰ ਦਿੰਦੇ ਸੀ। ਸਾਰੀਆਂ ਤਿਆਰੀਆਂ ਹੋ ਗਈਆਂ, ਪਰ ਕਈ ਘਰੋਗੀ ਤੇ ਮੁਲਕੀ ਕੰਮਾਂ ਨੇ ਫਿਰ ਇਹ ਮਹਾਰਾਜੇ ਨਰਿੰਦਰ ਸਿੰਘ ਨੂੰ ਆਪਣੀ ਸਲਾਹ ਬਦਲਣ ਵਾਸਤੇ ਮਜਬੂਰ ਕੀਤਾ ਤੇ ਵਾਪਸ ਇਹ ਪਟਿਆਲੇ ਆ ਗਿਆ। ਅਜੇ ਫਿਰ ਇਹ ਦੂਜੀ ਵਾਰੀ ਜਾਣ ਦਾ ਮਨ ਬਣਾਉਂਦਾ ਸੀ, ਤਿਆਰ ਨਹੀਂ ਸੀ ਹੋਇਆ ਕਿ ਸੰਮਤ 1914 ਬਿਕਰਮੀ ਮੁਤਾਬਕ 1857 ਈਸਵੀ ਨੂੰ ਹਿੰਦੀ ਫੌਜਾਂ ਨੇ ਗਦਰ ਕਰਤਾ ਤੇ ਉਹਦੇ ਵਿੱਚ ਵੀ ਐਸਾ ਕੋਈ ਲੜਾਈਆਂ ਝਗੜਾ ਤੇ ਕਿਵੇਂ ਫਿਰ ਅੰਗਰੇਜ਼ਾਂ ਦੇ ਇਹ ਹੌਲੀ ਹੌਲੀ ਰਿਆਸਤਾਂ ਜਿਹੜੀਆਂ ਨੇ ਨਾਮ ਮਾਤਰ ਰਹਿ ਕੇ ਅਧੀਨ ਹੋ ਗਈਆਂ, ਉਹ ਆਪਾਂ ਕੱਲ ਅੱਗੇ ਸਰਵਣ ਕਰਾਂਗੇ। ਹੁਣ ਲਗਭਗ ਟਾਈਮ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।